ਸੋ ਅਸੀਂ 12ਵੇਂ ਭਾਵ ਦੇ ਵਿੱਚ ਪਹੁੰਚ ਚੁੱਕੇ ਹਾਂ। 829 ਸਾਲ ਪ੍ਰਭੂ ਯਿਸੂ ਮਸੀਹ ਦੇ ਆਉਣ ਤੋਂ ਪਹਿਲਾਂ ਦਾ ਸਾਲ ਅੱਗੇ ਪਿੱਛੇ ਤਾਂ ਜਾਂਦੇ ਪਏ ਕਿ ਅਸੀਂ ਇੱਕ ਵਾਰੀ ਇਜ਼ਰਾਈਲੀ ਰਾਜਿਆਂ ਬਾਰੇ ਪੜ੍ਹਦੇ ਹਾਂ ਤੇ ਫਿਰ ਮੁੜ ਕੇ ਥੋੜਾ ਜਿਹਾ ਸਾਲ ਵੱਧ ਜਾਂਦੇ, ਕਿਉਂਕਿ ਫਿਰ ਦੁਬਾਰਾ ਅਸੀਂ ਜਿਹੜੇ ਹੈਗੇ ਆ ਯਹੂਦਾ ਦੇ ਰਾਜੇ, ਹੁਣ ਅਸੀਂ ਯਹੂਦਾ ਦੇ ਰਾਜੇ ਦੇ ਬਾਰੇ ਪੜ੍ਹਨ ਲੱਗੇ ਹਾਂ, ਯੋਆਸ ਦੇ ਬਾਰੇ। ਔਰ ਯੋਆਸ ਦੇ ਰਾਜ ਕਾਲ ਦੇ ਵਿੱਚ ਹੀ ਜਿੱਦਾਂ ਅਸੀਂ ਦੇਖਾਂਗੇ ਪ੍ਰਭੂ ਦੇ ਵਚਨ ਦੇ ਵਿੱਚੋਂ ਕਿ ਸਿੱਖਾਂਗੇ ਕਿ ਕਿਸ ਤਰ੍ਹਾਂ ਪ੍ਰਭੂ ਆਪਣੇ ਵੱਡੇ ਕੰਮ ਇਸ ਦੇ ਰਾਹੀਂ ਕਰਦਾ। ਸੋ ਆਓ ਪ੍ਰਭੂ ਦਾ ਵਚਨ ਖੋਲੋ, 568 ਪੰਨਾ, 12ਵਾਂ ਭਾਵ और यहूदा का राजा योआस गद्दी ते बैठा, जिसनू मिल जाए। मैं पढ़ दूं ब्रदर जी? हाँ जी मेरी बहन। यहूदा दा राजा जोआश। इजराइल दे राजा जेहू दे राज दे 7वें साल विच जोआश यहूदा दा राजा बनिया। जोआश ने यरूशलेम विच 40 साल राज कीता। उस दी माता दा नां सिप्या सी अते ਉਹ ਬੇਅਰਸ਼ਬਾ ਦੀ ਰਹਿਣ ਵਾਲੀ ਸੀ। जोआश ने अपने जीवन भर सब काम प्रभु की इच्छा अनुसार किते, क्योंकि उस दी अगवाई पुरोहित यहोयादा करदा सी। पर फिर भी इजराइल विचों सब पराए देवतियां दी पूजा दीयां थावां खत्म ना कीतियां गईयां अते लोग उत्थे बलियां चढ़ाउंदे अते धूप दिखाउंदे रहे। राजा जोआश ने पुरोहितां नूं सद के आग्या दित्ती कि लोग जो मंदिर विच धन लियाउण अपणियां बलियां ਦੇ ਰੂਪ ਵਿੱਚ ਅਤੇ ਆਪਣੀ ਇੱਛਾ ਅਨੁਸਾਰ ਚੜਾਵੇ ਦੇ ਰੂਪ ਵਿੱਚ ਉਹ ਸਭ ਵਿੱਚੋਂ ਧਨ ਬਚਾਇਆ ਜਾਵੇ। ਸੋ ਇਸ ਤਰ੍ਹਾਂ ਪੁਰੋਹਿਤ ਆਪਣੇ ਜਾਣ ਪਛਾਣ ਵਾਲਿਆਂ ਤੋਂ ਧਨ ਇਕੱਠਾ ਕਰਨ ਅਤੇ ਉਸ ਧਨ ਨੂੰ ਮੰਦਿਰ ਦੀ ਮੁਰੰਮਤ ਲਈ ਲੋੜ ਅਨੁਸਾਰ ਵਰਤਿਆ ਜਾਵੇ। ਪਰ ਜੋਆਸ਼ ਰਾਜਾ ਦੇ 23ਵੇਂ ਸਾਲ ਤੱਕ ਪੁਰੋਹਿਤਾਂ ਨੇ ਮੰਦਿਰ ਦੀ ਮੁਰੰਮਤ ਦਾ ਕੰਮ ਸ਼ੁਰੂ ਨਹੀਂ ਕੀਤਾ ਸੀ। ਤਦ ਰਾਜਾ ਨੇ ਮਹਾਪੁਰੋਹਿਤ ਯਹੋਯਾਦਾ ਨੂੰ ਆਪਣੇ ਕੋਲ ਸੱਦਿਆ ਅਤੇ ਉਸ ਤੋਂ ਪੁੱਛਿਆ, ਤੁਸੀਂ ਮੰਦਿਰ ਦੀ ਮੁਰੰਮਤ ਕਿਉਂ ਨਹੀਂ ਕਰ ਰਹੇ ਹੋ? ਅੱਗੇ ਤੋਂ ਤੁਸੀਂ ਧਨ ਦਾ ਕੋਈ ਹਿੱਸਾ ਵੀ ਆਪਣੇ ਕੋਲ ਨਹੀਂ ਰੱਖੋਗੇ, ਸਗੋਂ ਉਸ ਨੂੰ ਜਮ੍ਹਾਂ ਕਰੋਗੇ ਕਿ ਉਸ ਨਾਲ ਮੁਰੰਮਤ ਦਾ ਕੰਮ ਹੋ ਸਕੇ। ਪੁਰੋਹਿਤ ਰਾਜਾ ਦੀ ਇਹ ਗੱਲ ਮੰਨ ਗਏ ਕਿ ਨਾ ਤਾਂ ਅਸੀਂ ਧਨ ਰੱਖਾਂਗੇ ਅਤੇ ਨਾ ਹੀ ਮੁਰੰਮਤ ਕਰਾਂਗੇ। ਤਦ ਪੁਰੋਹਿਤ ਯਹੋਯਾਦਾ ਨੇ ਗੋਲਕ ਬਣਾ ਕੇ ਬੇਦੀ ਦੇ ਸੱਜੇ ਪਾਸੇ ਰੱਖ ਦਿੱਤੀ। ਜੋ ਪੁਰੋਹਿਤ ਵੀ ਬੂਹੇ ਕੋਲ ਸੇਵਾ ਲਈ ਹੁੰਦਾ ਸੀ, ਉਹ ਲੋਕਾਂ ਤੋਂ ਮਿਲਿਆ ਸਭ ਚੜਾਵੇ ਦਾ ਧਨ ਉਸ ਗੋਲਕ ਵਿੱਚ ਪਾ ਦਿੰਦਾ ਸੀ। ਜਦੋਂ ਉਸ ਗੋਲਕ ਵਿੱਚ ਕਾਫੀ ਧਨ ਹੋ ਜਾਂਦਾ ਸੀ ਤਾਂ ਰਾਜ ਮੰਤਰੀ ਅਤੇ ਮਹਾਪੁਰੋਹਿਤ ਉਸ ਵਿੱਚੋਂ ਧਨ ਕੱਢ ਕੇ ਗਿਣਦੇ ਅਤੇ ਥੈਲੀਆਂ ਵਿੱਚ ਬੰਦ ਕਰ ਦਿੰਦੇ ਸਨ। ਸੋ ਧਨ ਦਾ ਲੇਖਾ ਲਿਖ ਲੈਣ ਦੇ ਪਿੱਛੋਂ ਉਸ ਆਦਮੀ ਨੂੰ ਦਿੰਦੇ ਸਨ ਜੋ ਹਰ ਤਰ੍ਹਾਂ ਦੇ ਕੰਮ ਦਾ ਪ੍ਰਬੰਧ ਕਰਦਾ ਸੀ। ਉਹ ਆਦਮੀ ਉਸ ਧਨ ਨੂੰ ਮੰਦਿਰ ਦੀ ਮੁਰੰਮਤ ਕਰਨ ਵਾਲੇ ਇਹਨਾਂ ਲੋਕਾਂ ਨੂੰ ਦਿੰਦਾ ਸੀ: ਤਰਖਾਣਾ ਰਾਜਾਂ, ਪੱਥਰ ਘੜਨ ਵਾਲਿਆਂ ਮਜ਼ਦੂਰਾਂ, ਲੱਕੜੀ ਤੇ ਪੱਥਰ ਦੇ ਮੁੱਲ ਲਈ ਜੋ ਮੁਰੰਮਤ ਲਈ ਜਾਂਦੇ ਸਨ ਅਤੇ ਬਾਕੀ ਦੇ ਸਭ ਖਰਚਾਂ ਲਈ। ਪਰ ਇਹ ਧਨ ਮੰਦਿਰ ਦੀ ਚਾਂਦੀ ਦੇ ਪਿਆਲੇ, ਗੁਲਤਰਾਸ਼ ਭਾਂਡੇ, ਚਾਂਦੀ ਤੇ ਸੋਨੇ ਦੇ ਦੂਜੇ ਬਰਤਨਾਂ ਲਈ ਨਹੀਂ ਵਰਤਿਆ ਗਿਆ ਸੀ। ਇਹ ਕੇਵਲ ਮੁਰੰਮਤ ਦਾ ਸਮਾਨ ਖਰੀਦਣ ਅਤੇ ਕਾਰੀਗਰਾਂ ਦੀ ਮਜ਼ਦੂਰੀ ਲਈ ਵਰਤਿਆ ਜਾਂਦਾ ਸੀ। ਜੋ ਆਦਮੀ ਸਾਰੇ ਕੰਮ ਦਾ ਪ੍ਰਬੰਧ ਕਰਦਾ ਸੀ, ਉਹ ਇੰਨਾ ਇਮਾਨਦਾਰ ਸੀ ਕਿ ਉਸ ਨੂੰ ਦਿੱਤੇ ਧਨ ਦਾ ਲੇਖਾ ਰੱਖਣ ਦੀ ਕੋਈ ਲੋੜ ਨਹੀਂ ਸੀ। ਅਪਰਾਧ ਦੀ ਭੇਂਟ ਅਤੇ ਪਾਪ ਬਲੀ ਤੋਂ ਆਇਆ ਧਨ ਗੋਲਕ ਵਿੱਚ ਨਹੀਂ ਪਾਇਆ ਜਾਂਦਾ ਸੀ, ਕਿਉਂਕਿ ਉਹ ਪੁਰੋਹਿਤ ਦਾ ਹਿੱਸਾ ਗਿਣਿਆ ਜਾਂਦਾ ਸੀ। ਉਸ ਸਮੇਂ ਅਰਾਮ ਦੇ ਰਾਜਾ ਹਜ਼ਾਇਲ ਨੇ ਗਥ ਇਲਾਕੇ ਉੱਤੇ ਚੜ੍ਹਾਈ ਕਰਕੇ ਉਸ ਉੱਤੇ ਅਧਿਕਾਰ ਕਰ ਲਿਆ ਸੀ। ਤਦ ਉਹ ਯਰੂਸ਼ਲਮ ਸ਼ਹਿਰ ਉੱਤੇ ਵੀ ਚੜ੍ਹਾਈ ਕਰਨ ਦੀ ਸੋਚ ਰਿਹਾ ਸੀ। ਪਰ ਯਹੂਦਾ ਦੇ ਰਾਜਾ ਜੋਆਸ਼ ਨੇ ਆਪਣੇ ਤੋਂ ਪਹਿਲੇ ਰਾਜਿਆਂ ਯਹੋਸ਼ਾਫਾਟ, ਯਹੋਰਾਮ ਅਤੇ ਅਹਜ਼ਿਆ ਦੁਆਰਾ ਅਤੇ ਉਸ ਦੇ ਆਪਣੇ ਦੁਆਰਾ ਅਰਪਿਤ ਕੀਤੀਆਂ ਸਭ ਚੀਜ਼ਾਂ ਅਤੇ ਸੋਨਾ ਜੋ ਮੰਦਿਰ ਅਤੇ ਮਹਿਲ ਦੇ ਖਜ਼ਾਨਿਆਂ ਵਿੱਚ ਸੀ ਲਿਆ ਅਤੇ ਰਾਜਾ ਹਜ਼ਾਇਲ ਕੋਲ ਭੇਟ ਦੇ ਤੌਰ ਤੇ ਘੱਲ ਦਿੱਤਾ। ਸੋ ਰਾਜਾ ਹਜ਼ਾਇਲ ਯਰੂਸ਼ਲਮ ਵੱਲੋਂ ਆਪਣੇ ਦੇਸ਼ ਆਰਾਮ ਨੂੰ ਮੁੜ ਗਿਆ। ਰਾਜਾ ਜੋਆਸ਼ ਦੇ ਬਾਕੀ ਦੇ ਸਭ ਕੀਤੇ ਕੰਮਾਂ ਦਾ ਲੇਖਾ ਯਹੂਦਾ ਦੇ ਰਾਜਿਆਂ ਦੀ ਇਤਿਹਾਸ ਦੀ ਪੋਥੀ ਵਿੱਚ ਮਿਲਦਾ ਹੈ। ਤਦ ਰਾਜਾ ਜੋਆਸ਼ ਨੇ ਅਧਿਕਾਰੀਆਂ
ਰਾਜਾ ਜੋਆਸ਼ ਦੇ ਅਧਿਕਾਰੀਆਂ ਨੇ ਉਸ ਦੇ ਵਿਰੁੱਧ ਬਿਉਂਤ ਬਣਾਈ ਅਤੇ ਉਸ ਨੂੰ ਮਿਲੋ ਦੇ ਘਰ ਵਿੱਚ, ਜੋ ਮਿਲਾ ਦੀ ਢਾਲ ਉੱਤੇ ਹੈ, ਮਾਰ ਦਿੱਤਾ। ਸਿਲਾ ਦੀ ਢਾਲ ਉੱਤੇ ਹੈ, ਮਾਰ ਦਿੱਤਾ। ਉਸ ਦੇ ਮਾਰਨ ਵਾਲੇ ਉਸ ਦੇ ਅਧਿਕਾਰੀਆਂ ਸਿਮਾਤ ਦੇ ਪੁੱਤਰ ਜੋਜਾਕਾਰ ਅਤੇ ਸ਼ੋਮੇਰ ਦਾ ਪੁੱਤਰ ਜਹੋਜਾਬਾਦ ਸਨ। ਉਹਨਾਂ ਨੇ ਉਸ ਨੂੰ ਦਾਊਦ ਦੇ ਸ਼ਹਿਰ ਵਿੱਚ ਉਸ ਦੇ ਪੁਰਖਿਆਂ ਦੀ ਕਬਰ ਵਿੱਚ ਦਫਨਾ ਦਿੱਤਾ ਅਤੇ ਉਸ ਦੀ ਥਾਂ ਉਸ ਦਾ ਪੁੱਤਰ ਅਮਸਿਆ ਰਾਜਗੱਦੀ ਉੱਤੇ ਬੈਠਾ। ਆਮੀਨ। ਸੋ ਇੱਥੇ ਹੁਣ ਦੋ ਚੀਜ਼ਾਂ ਹੁੰਦੀਆਂ ਪਈਆਂ। ਇੱਕ ਤਾਂ ਰਾਜਾ ਯੋਆਸ ਪ੍ਰਭੂ ਦਾ ਪਿੱਛੇ ਚੱਲਣ ਵਾਲਾ ਅਸੀਂ ਇੱਕ ਇਨਸਾਨ ਦੇਖਦੇ ਪਏ ਹਾਂ, ਲੇਕਿਨ ਅਸੀਂ ਹਾਈ ਪ੍ਰੀਸਟ ਯਹੋਜਾਦਾ ਦਾ ਬਹੁਤ ਜ਼ਿਆਦਾ ਕੰਮ ਦੇਖਦੇ ਪਏ। ਅਸੀਂ ਪਿੱਛੇ ਪੜ੍ਹਿਆ ਸੀ ਕਿ ਇਸ ਨੂੰ ਜਿਹੜੀ ਅਥਲਿਆ ਜਿਹੜੀ ਰਾਣੀ ਬਣੀ ਸੀਗੀ, ਉਹ ਇਸ ਨੂੰ ਮਾਰਨਾ ਮੰਗਦੀ ਸੀ। ਜਿਸ ਵੇਲੇ ਉਸ ਨੂੰ ਪਤਾ ਲੱਗ ਗਿਆ ਕਿ ਮੇਰੇ ਪੁੱਤਰ ਦੀ ਮੌਤ ਹੋ ਗਈ ਹੈ, ਤਾਂ ਉਸਨੇ ਦਾਊਦ ਦਾ ਸਾਰਾ ਘਰਾਨਾ ਮਾਰਨ ਦੀ ਸੋਚ ਲਈ ਸੀ। ਲੇਕਿਨ ਇਸ ਮੁੰਡੇ ਦੀ ਭੂਆ ਇਸ ਨੂੰ ਲੈ ਕੇ ਮੰਦਿਰ ਦੇ ਵਿੱਚ ਜਾ ਕੇ ਇਸ ਨੂੰ ਲੁਕੋ ਦਿੱਤਾ ਸੀ। ਮੰਦਿਰ ਦੀ ਉਦਾਂ ਹੀ ਹਾਲਤ ਬਹੁਤ ਭੈੜੀ ਸੀਗੀ, ਉਸ ਦੇ ਵੱਲ ਦੇਖਿਆ ਨਹੀਂ ਸੀ ਜਾਂਦਾ। ਲੇਕਿਨ ਉਸਨੇ ਸੋਚਿਆ ਕਿ ਮੰਦਿਰ ਵਿੱਚ ਤਾਂ ਨਹੀਂ ਹੋ ਸਕਦਾ, ਔਰ ਬਾਕੀ ਸਾਰੇ ਮਾਰਨ ਵਾਲਿਆਂ ਨੇ ਜਾ ਕੇ ਉਸ ਨੂੰ ਖਬਰ ਦੇ ਦਿੱਤੀ ਕਿ ਸਾਰੇ ਮਾਰ ਦਿੱਤੇ, ਲੇਕਿਨ ਉਹ ਬੱਚਾ ਬਚ ਗਿਆ। ਔਰ ਜਿਸ ਲਈ 7 ਸਾਲਾਂ ਦਾ ਹੋ ਗਿਆ, ਉਸ ਨੂੰ ਗੱਦੀ ਦੇ ਉੱਤੇ ਬਿਠਾਇਆ ਗਿਆ ਪ੍ਰੋਹਿਤ ਯਹੋਜਾਦਾ ਦੇ ਦੁਆਰਾ। ਔਰ ਫਿਰ ਉੱਥੇ ਅਸੀਂ ਦੇਖਦੇ ਹਾਂ ਕਿ ਅਥਲਿਆ ਨੂੰ ਮਾਰ ਦਿੱਤਾ ਗਿਆ। ਅਥਲਿਆ ਦੀ ਮੌਤ ਤੋਂ ਬਾਅਦ ਜਿਸ ਲਈ ਯੋਆਸ ਗੱਦੀ ਦੇ ਉੱਤੇ ਬੈਠਾ, ਤੇ ਅਸੀਂ ਇਹ ਦੇਖਦੇ ਪਏ ਹਾਂ ਕਿ ਮੰਦਿਰ ਦੀ ਮੁਰੰਮਤ ਦਾ ਕੰਮ ਸ਼ੁਰੂ ਹੋਇਆ। ਸੁਲੇਮਾਨ ਦੇ ਮੰਦਿਰ ਦੀ ਮੁਰੰਮਤ ਦਾ ਕੰਮ ਸ਼ੁਰੂ ਹੋਇਆ। ਕਿੰਨੀ ਮੰਦਿਰ ਦੀ ਕੰਡੀਸ਼ਨ ਬੈਡ ਹੋ ਗਈ ਹੋਵੇਗੀ, ਕਿੱਦਾਂ ਲੋਕ ਬੁੱਤ ਪ੍ਰਸਤੀ ਦੇ ਵਿੱਚ, ਜਦੋਂ ਦੀ ਅਥਲਿਆ, ਕਿਉਂਕਿ ਅਥਲਿਆ ਜਿਹੜੀ ਸੀਗੀ ਇਹ ਅਹਾਬ ਦੀ ਤੇ ਇਜ਼ਬੇਲ ਦੀ ਕੁੜੀ ਸੀਗੀ, ਕਿੱਦਾਂ ਇਹਨਾਂ ਨੇ ਉਸ ਮੰਦਿਰ ਦਾ ਬੁਰਾ ਹਾਲ ਕੀਤਾ ਪਿਆ ਸੀ। ਔਰ ਉਸ ਮੰਦਿਰ ਵੱਲ ਕੋਈ ਧਿਆਨ ਨਹੀਂ ਸੀ ਦਿੱਤਾ ਜਾਂਦਾ, ਕਿਉਂਕਿ ਸਾਰੇ ਦਾ ਸਾਰਾ ਪੈਸਾ ਬਾਲ ਦੇਵਤੇ ਦੇ ਬੁੱਤਾਂ ਦੇ ਉੱਤੇ ਖਰਚਿਆ ਜਾਂਦਾ ਸੀ। ਬੁੱਤ ਬਣਾਏ ਜਾਂਦੇ ਸੀ, ਬੁੱਤ ਪ੍ਰਸਤੀ ਕੀਤੀ ਜਾਂਦੀ ਸੀ। ਉਹਨਾਂ ਪ੍ਰੋਤਾਂ ਨੂੰ ਵੀ ਖਰਚਾ ਕਿਤੋਂ ਦੇਣਾ ਹੁੰਦਾ ਸੀ। ਸੋ ਮੰਦਿਰ ਦਾ ਧਨ ਜਿਹੜਾ ਮੰਦਿਰ ਦੇ ਵਿੱਚ ਆਉਂਦਾ ਸੀ ਉਹ ਨਹੀਂ ਆ ਰਿਹਾ ਸੀ। ਇਸ ਕਰਕੇ ਮੰਦਿਰ ਦੀ ਮੁਰੰਮਤ ਨਹੀਂ ਹੋ ਰਹੀ ਸੀ। ਪ੍ਰੋਤਾਂ ਨੂੰ ਉਹਨਾਂ ਦਾ ਹਿੱਸਾ ਨਹੀਂ ਮਿਲਦਾ ਪਿਆ ਸੀ। ਸੋ ਪ੍ਰੋਤਾਈ ਘਟ ਗਈ ਸੀਗੀ। ਸੋ ਹੁਣ ਅਸੀਂ ਦੇਖਦੇ ਪਏ ਹਾਂ ਕਿ ਜਦੋਂ ਰਾਜਾ ਯੋਆਸ ਆਇਆ ਦੁਆਰਾ, ਉਸਨੇ ਦੁਆਰਾ ਮੰਦਿਰ ਦੀ ਸਭ ਤੋਂ ਪਹਿਲਾਂ ਮੰਦਿਰ ਦੀ ਮੁਰੰਮਤ ਕਰਾਈ। ਤੁਸੀਂ ਇਹ ਕਹਿ ਸਕਦੇ ਕਿ ਉਸ ਦੇ ਜੀਵਨ ਕਾਲ ਦੇ ਵਿੱਚ ਜਿਹੜਾ ਮੇਨ ਕੰਮ ਹੋਇਆ ਉਹ ਮੰਦਿਰ ਦੀ ਰਿਪੇਅਰ ਹੋਈ। ਅਗਾਂਹ ਜਾ ਕੇ ਅਸੀਂ ਪੜ੍ਹਨਾ ਕਿ ਜਿਸ ਲਈ ਮੰਦਿਰ ਦੀ ਮੁਰੰਮਤ ਕਰਦੇ ਪਏ ਆ, ਤੇ ਉਸ ਵੇਲੇ ਅਸੀਂ ਦੇਖਣਾ ਹੈਗਾ, ਜਿਸ ਲਈ ਅਸੀਂ ਕ੍ਰੋਨਿਕਲਸ ਦੇ ਵਿੱਚ ਜਾਣਾ, ਇਤਿਹਾਸ ਦੀਆਂ ਪੋਥੀਆਂ 'ਚ ਜਾਣਾ। ਅਸੀਂ ਦੁਆਰਾ ਪੜ੍ਹਨਾ ਇਹਨਾਂ ਪੋਥੀਆਂ, ਇਹਨਾਂ ਰਾਜਿਆਂ ਬਾਰੇ ਅਸੀਂ ਦੁਆਰਾ ਪੜ੍ਹਨਾ। ਲੇਕਿਨ ਉੱਥੇ ਇੱਕ ਬੈਂਡ ਹੋਣਾ, ਥੋੜੀ ਜਿਹੀ ਚੇਂਜ ਹੋਣੀ, ਅਸੀਂ ਉੱਥੇ ਇਹਨਾਂ ਨੂੰ ਪੜ੍ਹਨਾ। ਔਰ ਬਾਏ ਦਾ ਵੇ, ਇੱਥੇ ਜਿਹੜਾ ਯੋਏਲ ਨਬੀ ਹੈ ਨਾ, ਜਿਹੜੀ ਸਭ ਤੋਂ ਪਹਿਲੀ ਨਬੀਆਂ ਦੀ ਲਿਖਤਾਂ ਦੀ ਜਿਹੜੀ ਪੋਥੀ ਆਈ ਆ, ਯੋਏਲ ਨਬੀ ਜਿਹੜਾ ਉਹ ਇੱਥੇ ਆਇਆ। ਇਸ ਰਾਜਕਾਲ ਦੇ ਵਿੱਚ ਯੋਏਲ ਨਬੀ ਆਇਆ। ਉਸ ਦੀਆਂ ਜਿਹੜੀਆਂ 4 ਚੈਪਟਰ ਆ ਨਾ ਉਸ ਦੀ ਪੋਥੀ ਦੇ, ਉਹ ਇੱਥੇ ਫਿੱਟ ਹੁੰਦੇ। ਲੇਕਿਨ ਅਸੀਂ ਪੜਾਂਗੇ ਜਾ ਕੇ ਇਤਿਹਾਸ ਦੇ ਵਿੱਚ, ਕਿਉਂਕਿ ਇਤਿਹਾਸ ਦੇ ਵਿੱਚ ਥੋੜੀ ਜਿਹੀ ਚੀਜ਼ ਹੋਰ ਦੱਸੀ ਗਈ ਆ, ਜਿਹੜੀ ਉੱਥੇ ਫਿਰ ਫਿੱਟ ਹੁੰਦੀ ਪਈ ਹੈ ਯੋਏਲ ਨਬੀ ਦੇ ਨਾਲ। ਇਸੇ ਸਮੇਂ ਦੇ ਵਿੱਚ, ਇਸੇ ਹੀ 828 ਦੇ ਕਰੀਬ, ਪ੍ਰਭੂ ਯਿਸੂ ਮਸੀਹ ਦੇ ਆਉਣ ਤੋਂ 828 ਸਾਲ ਦੇ ਕਰੀਬ ਜਿੱਦਾਂ ਯੋਏਲ ਨਬੀ ਹੋਇਆ, ਔਰ ਉੱਥੇ ਉਹ ਪੁਸਤਕ ਜਿਹੜੀ ਉਹਦੇ ਜਿਹੜੇ 4 ਚੈਪਟਰ ਆ ਉੱਥੇ ਆਏ। ਸੋ ਉੱਥੇ ਜਾ ਕੇ ਆਪਾਂ ਦੇਖਾਂਗੇ, ਜਿਸ ਲਈ ਇਤਿਹਾਸ ਦੀ ਪੋਥੀ ਪੜਾਂਗੇ। ਸੋ ਇੱਥੇ ਅਸੀਂ ਬੇਸਿਕਲੀ ਪ੍ਰਭੂ ਯਿਸੂ ਮਸੀਹ ਦੇ ਆਉਣ ਤੋਂ 830 ਸਾਲ ਪਹਿਲਾਂ ਅਸੀਂ ਪਹੁੰਚ ਚੁੱਕੇ ਹਾਂ। ਸੋ ਔਰ ਇਸਨੇ ਅਸੀਂ ਦੇਖਦੇ ਪਏ ਹਾਂ ਕਿ ਇਹਨੇ 28 ਸਾਲ ਰਾਜ ਕੀਤਾ, 28 ਸਾਲ ਰਾਜ ਕੀਤਾ। ਔਰ ਉਹ ਅਖੀਰ ਦੇ ਵਿੱਚ ਇਹਨੂੰ ਜਿਸ ਤਰ੍ਹਾਂ ਕਿ ਬੜੀ ਕਿਸੇ ਨੇ ਚਾਲ ਦੇ ਨਾਲ ਮਰਵਾ ਦਿੱਤਾ, ਔਰ ਉਹਦੀ ਜਗ੍ਹਾ ਤੇ ਉਸਦਾ ਪੁੱਤਰ ਅਸੀਂ ਦੇਖਦੇ ਪਏ ਹਾਂ ਕਿ ਉਹਦਾ ਪੁੱਤਰ ਅਮਸਿਆ
ਮੱਸਿਆ ਰਾਜਗੱਦੀ ਦੇ ਉੱਤੇ ਬੈਠਾ। ਸੋ आओ ਆਪਾਂ 13वें ਚੈਪਟਰ ਦੇ ਵਿੱਚ ਅਸੀਂ ਆ ਗਏ ਔਰ ਇਜ਼ਰਾइल ਦਾ ਰਾਜਾ ਯਹੋਆਹਾਜ਼ ਜਿਹੜਾ ਉਹ ਇਜ਼ਰਾइल ਦਾ ਰਾਜਾ ਬਣਿਆ। ਲੇਕਿਨ ਇੱਥੇ ਜਿਹੜੀ ਇੱਕ ਮੇਨ ਚੀਜ਼ ਹੋਈ ਹੈ, ਤੁਹਾਨੂੰ ਪਤਾ ਕਿ ਉਸਨੇ ਕਿਹਾ ਸੀਗਾ ਕਿ ਹਜ਼ਾਏਲ ਨੂੰ ਕਿਹਾ ਸੀਗਾ, ਜਿਸ ਲਈ ਹਜ਼ੇਲ ਜਿਹੜਾ ਸੀਗਾ ਆਰਾਮ ਦਾ ਰਾਜਾ ਜਿਹੜਾ ਬਣਿਆ ਸੀਗਾ, ਜਿਸ ਵੇਲੇ ਉਹ ਆਪਣੇ ਰਾਜਾ ਬਨ ਹਦਦ ਦੇ ਬਾਰੇ ਪੁੱਛਣ ਆਇਆ ਸੀ ਕਿ ਮੈਂ ਠੀਕ ਹੋ ਜਾਊ ਕਿ ਨਹੀਂ, 8 ਊਂਠ ਭਰ ਕੇ ਸੁਗਾਤਾਂ ਦੇ ਲੈ ਕੇ ਆਇਆ ਸੀਗਾ। ਤੇ ਉਸ ਵੇਲੇ ਲੀਸ਼ਾ ਉਹਦੇ ਵੱਲ ਦੇਖ ਕੇ ਰੋਇਆ ਸੀ। ਉਸਨੇ ਕਿਹਾ ਤੂੰ ਮੇਰੇ ਵੱਲ ਦੇਖ ਕੇ ਰੋਣਾ ਕਿਉਂ ਪਿਆ? ਉਹ ਕਹਿੰਦਾ ਬਨ ਹਦਦ ਠੀਕ ਵੀ ਹੋ ਜਾਏਗਾ ਤੇ ਨਹੀਂ ਵੀ ਹੋਏਗਾ, ਮਰ भी जाएगा और तू राजा बनेगा। और मैनू प्रभु दिखाउंदा पिया कि तेरे राही किस तरह वो इजराइल दे विच तू किस तरह कतलो गार्द करेगा, तू किद्दां उन्हां नूं लुटेगा। सो ओ जिहड़ी ओ अलीशा दे कई गए जिहड़ी भविष्यवाणी सी उत्थे ओ इत्थे पूरी हुंदी पई, इत्थे पूरी हुंदी पई कि उसने हौली हौली इलाकों के उत्ते कब्जे करने शुरू कर दिते हैं। और हुण इस वेले वो जेरूसलम के उत्ते कब्जा करना चाहता सी, लेकिन जेरूसलम के राजे ने बुद्धि वरती, उसने सोना चांदी इकट्ठा किया ते उहदे मुंह ते मारिया कि तू इत्थे ना करते। उसने वो वापस अपने देश में चला गया, उसने हमला नहीं किया। सो आओ 13वें भाव दे विच यहोआहाज ਜਿਹੜਾ ਸੀ ਉਹ ਬਣ ਗਿਆ। ਅਸੀਂ ਪੜ੍ਹਦੇ ਪਏ ਹਾਂ ਇਸ ਵੇਲੇ ਜੀ 13ਵਾਂ ਭਾਵ ਦੂਸਰਾ ਰਾਜਾ ਦਾ, ਜਿਸ ਨੂੰ ਮਿਲ ਜਾਏ ਉਹ 13ਵਾਂ ਭਾਵ 13ਵੇਂ ਭਾਵ ਦੀਆਂ ਪਹਿਲੀਆਂ 9 ਆਇਤਾਂ मैं पढ़ देनी वाचनी। यहोआहाज इजराइल दा राजा, यहूदा दे राजा हज्जिया दे पुत्र जोआश दे 23वें साल विच जेहू दा पुत्र यहोआहाज इजराइल दा राजा बनया ते उसने सामरिया विच 17 साल राज कीता। पर यहोआहाज ने नवाट दे पुत्र याराबुआम वांग प्रभु दे विरुद्ध पाप कीता ते इजराइल कौम तो भी पाप करवाया। इस कारण प्रभु दा क्रोध इजराइली लोकां उत्ते भड़किया ਅਤੇ ਉਸਨੇ ਉਹਨਾਂ ਨੂੰ ਬਾਰ-ਬਾਰ ਆਰਾਮ ਦੇ ਰਾਜਾ ਹਜ਼ਾਏਲ ਅਤੇ ਉਸਦੇ ਪੁੱਤਰ ਰਾਜਾ ਬਨ ਹਦਦ ਦੇ ਹੱਥੀ ਸੌਂਪਿਆ। ਤਦ ਰਾਜਾ ਯਹੋਆਹਾਜ਼ ਪ੍ਰਭੂ ਵੱਲ ਮੁੜਿਆ ਅਤੇ ਉਸਨੇ ਪ੍ਰਭੂ ਅੱਗੇ ਪ੍ਰਾਰਥਨਾ ਕੀਤੀ। ਪ੍ਰਭੂ ਨੇ ਉਸਦੀ ਪ੍ਰਾਰਥਨਾ ਸੁਣੀ ਅਤੇ ਉਸਦਾ ਉੱਤਰ ਦਿੱਤਾ, ਕਿਉਂਕਿ ਪ੍ਰਭੂ ਨੇ ਇਜ਼ਰਾਈਲੀ ਲੋਕਾਂ ਉੱਤੇ ਅਰਾਮੀ ਰਾਜਾ ਦੁਆਰਾ ਹੁੰਦਾ ਅਤਿਆਚਾਰ ਦੇਖਿਆ ਸੀ। ਸੋ ਪ੍ਰਭੂ ਨੇ ਇਜ਼ਰਾਈਲੀਆਂ ਦੇ ਛਡਾਉਣ ਲਈ ਇੱਕ ਮੁਕਤੀਦਾਤਾ ਘੱਲਿਆ ਅਤੇ ਉਹਨਾਂ ਨੂੰ ਰਾਮੀਆਂ ਦੇਸ਼ ਤੋਂ ਛੁਟਕਾਰਾ ਦਿੱਤਾ। ਤਦ ਇਜ਼ਰਾਈਲ ਫਿਰ ਅਮਨ ਚੈਨ ਨਾਲ ਰਹਿਣ ਲੱਗੇ। ਪਰ ਉਹਨਾਂ ਨੇ ਫਿਰ ਵੀ ਯਰੋਬੋਆਮ ਵਾਲੇ ਪਾਪ ਕਰਨੇ ਨਾ ਛੱਡੇ ਤੇ ਉਹਨਾਂ ਪਾਪਾਂ ਨੂੰ ਕਰਦੇ ਰਹੇ। ਅਸ਼ਰਾਰ ਦੇਵੀ ਦੀ ਮੂਰਤੀ ਸਾਮਰੀਆ ਨਗਰ ਵਿੱਚ ਰਹੀ, ਜਿਸ ਦੀ ਉਹ ਪੂਜਾ ਕਰਦੇ ਰਹੇ। ਰਾਜਾ ਯਹੋਆਹਾਜ਼ ਕੋਲ ਕੋਈ ਸੈਨਾ ਪਿੱਛੇ ਨਹੀਂ ਰਹੀ ਸੀ, ਕਿਉਂਕਿ ਆਰਾਮ ਦੇ ਰਾਜਾ ਨੇ ਉਸ ਦਾ ਸਭ ਕੁਝ ਤਬਾਹ ਕਰਕੇ ਉਸਨੂੰ ਮਿੱਟੀ ਵਿੱਚ ਮਿਲਾ ਦਿੱਤਾ ਸੀ। ਉਸ ਕੋਲ ਕੇਵਲ 50 ਘੋੜਸਵਾਰ, 10 ਰੱਥ ਤੇ 10,000 ਪੈਦਲ ਸੈਨਾ ਰਹਿ ਗਈਆਂ ਸੀ। ਰਾਜਾ ਯਹੋਆਹਾਜ਼ ਦੇ ਬਾਕੀ ਦੇ ਕੀਤੇ ਬਹਾਦਰੀ ਦੇ ਕੰਮਾਂ ਦਾ ਲੇਖਾ ਇਜ਼ਰਾਈਲ ਦੇ ਰਾਜਿਆਂ ਦੇ ਇਤਿਹਾਸ ਦੀ ਪੋਥੀ ਵਿੱਚ ਮਿਲਦੇ ਹਨ। ਤਦ ਯਹੋਆਹਾਜ਼ ਮਰ ਗਿਆ ਅਤੇ ਸਾਮਰੀਆ ਵਿੱਚ ਦਫਨਾਇਆ ਗਿਆ। ਉਸ ਦੀ ਥਾਂ ਉਸਦਾ ਪੁੱਤਰ ਯਹੋਆਸ਼ ਇਜ਼ਰਾਈਲ ਦਾ ਰਾਜਾ ਬਣਿਆ। ਹੁਣ ਅਸੀਂ ਦੇਖੋ ਕੀ ਦੇਖਦੇ ਪਏ ਆ ਕਿ ਅਸੀਂ ਹੁਣ ਉੱਪਰਲੇ ਪਾਸੇ ਨੂੰ ਦੇਖਦੇ ਪਏ, ਜਿਹੜਾ ਉੱਪਰਲਾ ਜਿਹੜਾ ਇਜ਼ਰਾਈਲ ਦਾ ਰਾਜ ਸੀ, ਜਿੱਥੇ 9.5 ਕਬੀਲੇ ਸੀਗੇ, ਔਰ ਉਹਨਾਂ ਦੇ ਵਿੱਚੋਂ ਅਸੀਂ ਇਹ ਦੇਖਦੇ ਪਏ ਆ ਕਿ ਆਲਮੋਸਟ ਜਿਹੜੇ ਕਬੀਲੇ ਤੋਂ ਹਾਲੇ ਵੀ 9.5, ਪਰ ਜਿਹੜੀ ਜ਼ਮੀਨ ਆ ਉਹਨਾਂ ਦੇ ਕੋਲ ਉਹ ਇਸ ਵੇਲੇ 6 ਕਬੀਲਿਆਂ ਦੀ ਜ਼ਮੀਨ ਰਹਿ ਗਈ, ਕਿਉਂਕਿ ਆਰਾਮ ਦਾ ਰਾਜਾ ਜਿਹੜਾ ਹਜ਼ਏਲ ਆ ਉਹ ਲਗਾਤਾਰ ਆਪਣੇ ਹਮਲੇ ਕਰਦਾ ਪਿਆ, ਲਗਾਤਾਰ ਉਹ ਹਮਲੇ ਇਜ਼ਰਾਈਲ ਦੇ ਉੱਤੇ ਕਰਦਾ ਪਿਆ। ਦੂਸਰੇ ਪਾਸੇ ਯਹੂਦਾ ਨੂੰ ਪ੍ਰਭੂ ਨੇ ਬਚਾਇਆ, ਉਧਰੋਂ ਉਹਨੂੰ ਬਚਾਇਆ ਹੈ, ਲੇਕਿਨ ਇਧਰਲੇ ਪਾਸੇ ਕੋਈ ਸ਼ਾਂਤੀ ਨਹੀਂ। ਔਰ ਇਹ ਸਭ ਕੁਝ ਹੋਣ ਦੇ ਉੱਤੇ ਵੀ ਤੁਸੀਂ ਇਹ ਦੇਖ ਲਓ ਕਿ ਉਹ ਆਪਣੇ ਗੁਨਾਹ ਨਹੀਂ ਛੱਡਦੇ।
ਕਿ ਉਹਨਾਂ ਦੇ ਉੱਤੇ ਕਿ ਇਜ਼ਰਾਈਲ ਦੇ ਉੱਤੇ ਉਦਾਂ ਹੀ ਮੁੜ ਕੇ ਫੇਰ ਉਹ ਪਾਪ ਹੁੰਦਾ ਪਿਆ, ਉਨਾ ਹੀ ਪਾਪ ਇਜ਼ਰਾਈਲ ਦੇ ਵਿੱਚ ਫੇਰ ਹੁੰਦਾ ਪਿਆ। ਉਹੀ ਬੁੱਤ ਪ੍ਰਸਤੀ ਫੇਰ ਚੱਲਦੀ ਪਈ। ਔਰ ਹਜ਼ੇਲ ਨੇ ਆ ਕੇ ਇੱਟ ਦੇ ਨਾਲ ਇੱਟ ਵਜਾਤੀ ਉਹਨਾਂ ਦੀ, ਜਿੱਦਾਂ ਪ੍ਰਭੂ ਦੇ ਬੰਦੇ ਨੇ ਕਿਹਾ ਸੀ। ਬਿਲਕੁਲ ਉਸੇ ਤਰ੍ਹਾਂ ਹੀ ਸਾਰਾ ਕੁਝ ਹੁੰਦਾ ਪਿਆ। ਔਰ ਅਸੀਂ ਕੀ ਦੇਖਦੇ ਪਏ ਹਾਂ ਕਿ ਪ੍ਰਭੂ ਨੇ ਇੱਕ ਮੁਕਤੀ ਦਾਤਾ ਘੱਲਿਆ। Isn't that amazing? ਇੱਥੇ ਅਸੀਂ ਪ੍ਰਭੂ ਦੀ ਉਹੀ ਦਇਆ ਨਹੀਂ ਦੇਖਦੇ ਪਏ, ਮੁੜ ਕੇ ਉਹਦਾ ਦਇਆ ਵਾਲਾ ਹੱਥ ਨਹੀਂ ਦੇਖਦੇ ਪਏ। ਤੇ ਇਹਨਾਂ ਨੇ ਆਪਣੇ ਕਰਪਟ ਕੰਮ ਕਰਨੇ ਛੱਡੇ ਨੇ, ਪਰ ਪ੍ਰਭੂ ਨੇ ਨਹੀਂ ਛੱਡੇ। ਪ੍ਰਭੂ ਇਹਨਾਂ ਤੇ ਬਾਰ ਬਾਰ ਦਇਆ ਕਰਦੀ। ਪ੍ਰਭੂ ਨੇ ਇੱਕ ਮੁਕਤੀ ਦਾਤਾ ਘੱਲਿਆ ਜਿਸਨੇ ਹਜ਼ੇਲ ਨੂੰ ਪਿੱਛੇ ਧੱਕਿਆ, ਔਰ ਫਿਰ ਇਹ ਦੁਆਰਾ ਆਰਾਮ ਦੇ ਨਾਲ, ਅਮਨ ਚੈਨ ਦੇ ਨਾਲ ਰਹਿਣ ਲੱਗੇ। ਪਰ ਹੁਣ ਉਹਨਾਂ ਦੀ ਹਾਲਤ ਬਹੁਤ ਭੈੜੀ, ਹਾਲਤ ਬਹੁਤ ਭੈੜੀ। ਰਾਜੇ ਦੇ ਕੋਲ ਕੋਈ 50 ਘੋੜੇ ਆ, 10,000 ਪੈਦਲ ਸੈਨਾ ਹੈ, ਲੇਕਿਨ ਪ੍ਰਭੂ ਦੀ ਮਦਦ ਦੇ ਨਾਲ ਬਚ ਗਏ ਆ, ਜਿਉਂਦੇ ਆ। ਔਰ ਫਿਰ ਅਸੀਂ ਦੇਖਦੇ ਹੈਗੇ ਆ ਕਿ ਰਾਜਾ ਯਹੋਆਹਾਜ਼ ਜਿਹੜਾ ਉਸਦੀ ਮੌਤ ਹੋ ਗਈ, ਔਰ ਉਸਦੀ ਮੌਤ ਤੋਂ ਬਾਅਦ ਉਸਦਾ ਪੁੱਤਰ ਗੱਦੀ ਦੇ ਉੱਤੇ। ਸੋ ਆਓ ਅਸੀਂ ਇਜ਼ਰਾਈਲ ਦਾ ਰਾਜਾ ਯਹੋਆਸ ਨੂੰ ਦੇਖੀਏ। ਉਸਦੀਆਂ ਸਿਰਫ ਇਹਦੀਆਂ 10 ਤੋਂ ਲੈ ਕੇ 13 ਆਇਤ ਤੱਕ। ਇਜ਼ਰਾਈਲ ਰਾਜਾ ਯਹੋਆਸ਼। ਯਹੂਦਾ ਦੇ ਰਾਜਾ ਜੋਆਸ਼ ਦੇ ਰਾਜ ਦੇ 37ਵੇਂ ਸਾਲ ਵਿੱਚ ਯਹੋਆਹਾਜ਼ ਦਾ ਪੁੱਤਰ ਜੋਆਸ਼ ਇਜ਼ਰਾਈਲ ਦਾ ਰਾਜਾ ਬਣਿਆ। ਉਸਨੇ ਸਾਮਰੀਆ ਵਿੱਚ 16 ਸਾਲਾਂ ਤੱਕ ਰਾਜ ਕੀਤਾ। ਉਸਨੇ ਵੀ ਪ੍ਰਭੂ ਦੇ ਵਿਰੁੱਧ ਨਬਾਟ ਦੇ ਪੁੱਤਰ ਰਾਜਾ ਜਰਬਆਮ ਵਾਂਗ ਪਾਪ ਕੀਤਾ ਤੇ ਇਜ਼ਰਾਈਲੀ ਲੋਕਾਂ ਤੋਂ ਵੀ ਪਾਪ ਕਰਵਾਏ। ਰਾਜਾ ਯਹੋਆਸ਼ ਦੇ ਬਾਕੀ ਦੇ ਸਭ ਬਹਾਦਰੀ ਦੇ ਕੀਤੇ ਕੰਮਾਂ ਅਤੇ ਉਸਦੇ ਯਹੂਦਾ ਦੇ ਰਾਜਾ ਅਮਸਿਯਾਹ ਦੇ ਨਾਲ ਲੜੇ ਯੁੱਧ ਦਾ ਲੇਖਾ ਇਜ਼ਰਾਈਲ ਦੇ ਰਾਜਿਆਂ ਦੇ ਇਤਿਹਾਸ ਦੀ ਪੋਥੀ ਦੇ ਵਿੱਚ ਮਿਲਦਾ ਹੈ। ਤਦ ਯਹੋਸ਼ਾ ਮਰ ਗਿਆ ਅਤੇ ਸਾਮਰੀਆ ਵਿੱਚ ਰਾਜ ਘਰਾਣੇ ਦੀ ਕਬਰ ਵਿੱਚ ਦਫਨਾਇਆ ਗਿਆ। ਉਸਦੀ ਥਾਂ ਉਸਦਾ ਪੁੱਤਰ ਜਰਬਆਮ ਦੂਜਾ ਇਜ਼ਰਾਈਲ ਦਾ ਰਾਜਾ ਬਣਿਆ। ਹੁਣ ਅਸੀਂ ਇੱਕ ਵਾਰ ਫੇਰ ਦੇਖਦੇ ਪਏ ਹਾਂ ਕਿ ਕਿੱਦਾਂ, ਦੇਖੋ ਉਹੀ ਪਾਪ ਚੇਤੇ ਕਰਾਈ ਜਾਂਦੇ ਸਨ। ਇੱਕ ਪਾਸੇ ਦਾਊਦ ਦੀ ਗੱਲ ਹੁੰਦੀ ਆ ਕਿ ਉਸਨੇ ਜਿਹੜੀ ਯਾਰਡ ਸਟਿਕ ਆ ਨਾ, ਜਿਹੜੀ ਮਿਲਣ ਵਾਲੀ ਸਟਿਕ ਆ, ਉਹ ਇੱਕ ਪਾਸੇ ਦਾਊਦ ਵਾਲੀ ਹੈ ਕਿ ਦਾਊਦ ਵਾਂਗ ਉਹ ਆਪਣੇ ਪ੍ਰਭੂ ਦੇ ਪਿੱਛੇ ਚੱਲਿਆ, ਜਾਂ ਦਾਊਦ ਦੇ ਵਾਂਗ ਉਹ ਪ੍ਰਭੂ ਦੇ ਪਿੱਛੇ ਨਹੀਂ ਚੱਲਿਆ। ਇਧਰਲੀ ਜਿਹੜੀ ਯਾਰਡ ਸਟਿਕ ਆ ਉਹ ਹੈਗੀ ਜਰਬਆਮ, ਜਿਹਨੇ 2 ਬੱਚੇ ਬਣਾ ਕੇ ਰੱਖੇ ਸੀ। ਔਰ 2 ਬੱਚੇ ਬਣਾਉਣ ਦਾ ਕੀ ਸੀਗਾ? ਕਿਤੇ ਚੜਾਵਾ ਨਾ ਦੂਜੇ ਪਾਸੇ ਮੰਦਰ ਨੂੰ ਚੜਾਵਾ ਨਾ ਕਿਤੇ ਚਲੇ, ਉਹ ਇੱਧਰ ਰਹਿਣਾ ਚਾਹੀਦਾ। ਜੇ ਲੋਕ ਉੱਧਰ ਜਾਣਗੇ, ਚੜਾਵਾ ਚੜਾਉਣਗੇ, ਤਾਂ ਫੇਰ ਕਿਤੇ ਇੱਧਰਲਾ ਧਨ ਉੱਧਰ ਨਾ ਚਲੇ ਜਾਣ। ਹੋਰ ਨਾ ਲੋਕ ਇਹ ਸੋਚਣ ਲੱਗ ਪੈਣ ਕਿ ਅਸੀਂ ਮੁੜ ਕੇ ਦੁਆਰਾ ਇਕੱਠੇ ਹੋ ਜਾਂਦੇ ਹਾਂ, ਕਿਉਂਕਿ ਪ੍ਰਭੂ ਦਾ ਮੰਦਿਰ ਤਾਂ ਉੱਧਰ। ਇਹ ਡਰ। ਇਹਨਾਂ ਚ ਕਿਸੇ ਨੇ ਨਹੀਂ ਪੁੱਛਿਆ ਪ੍ਰਭੂ ਨੂੰ ਇੱਕ ਵਾਰੀ ਵੀ ਕਿ ਪ੍ਰਭੂ ਮੈਂ ਤੇਰੇ ਦੱਸੇ ਹੋਏ ਕੰਮ, ਹੁਣ ਯੇਹੂ ਨੇ ਕੰਮ ਚੰਗੇ ਕੀਤੇ ਸੀ, ਯੇਹੂ ਨੇ ਸਫਾਈ ਕੀਤੀ ਸੀ, ਲੇਕਿਨ ਯੇਹੂ ਨੇ ਵੀ ਪ੍ਰਭੂ ਤੋਂ ਇਹ ਨਹੀਂ ਪੁੱਛਿਆ ਕਿ ਪ੍ਰਭੂ ਮੈਂ ਤੇਰੇ ਲਈ ਇੱਕ ਮੰਦਿਰ ਬਣਾਉਣਾ ਚਾਹੁੰਦਾ। ਤੇ ਉਧਰ ਉਹਨਾਂ ਦੇ ਕੋਲ ਮੰਦਿਰ ਆ, ਸਾਨੂੰ ਵੀ ਦੱਸ ਅਸੀਂ ਤੇਰੇ ਲਈ ਮੰਦਿਰ ਕਿੱਥੇ ਬਣਾਈਏ। ਨਹੀਂ, ਉਹਨੇ ਵੀ ਉਹ ਬਹੁਤੀ ਬਣਾਈ, ਬਹੁਤ ਬਣਾਏ। ਦੂਸਰੇ ਪਾਸੇ ਦੇ ਇਜ਼ਰਾਈਲ ਦੇ ਜਿਹੜੇ ਲੋਕ ਆ ਨਾ, ਇਧਰਲੇ ਪਾਸੇ ਦੇ ਯਹੂਦਾ ਦੇ ਜਿਹੜੇ ਯਹੂਦੀ, ਉਹ ਕਾਫੀ ਆ। ਯਹੂਦੀ ਉਹਨਾਂ ਨੂੰ, ਜਿਹੜੇ ਬਿਨਯਾਮੀਨ ਦੇ ਕਬੀਲੇ ਸੀ, ਉਹ ਯਹੂਦੀਆਂ ਦੇ ਵਿੱਚ ਹੀ ਘੁਲ ਮਿਲ ਗਏ ਸੀਗੇ। ਸੋ ਇਹਨਾਂ ਸਾਰਿਆਂ ਨੂੰ ਰਲਾ ਕੇ ਯਹੂਦੀ ਕਿਹਾ ਜਾਂਦਾ ਸੀਗਾ। ਸੋ ਸਿਮੀਅਨ ਹੋਏ ਹਾਲੇ ਤੱਕ ਜਿਹੜੇ ਹੈਗੇ ਆ ਦੂਸਰੇ ਜਿਹੜੇ ਜਿਨ੍ਹਾਂ ਦੇ ਵਿੱਚੋਂ ਪ੍ਰੋਹਤਾਈ ਆਈ ਆ, ਉਹ ਥੋੜੇ ਬਹੁਤੇ ਵੱਖਰੇ ਸੀਗੇ।
ਲੇਕਿਨ ਜਿਹੜੇ ਕਬੀਲੇ 2.5 ਕਬੀਲੇ ਇਧਰਲੇ ਪਾਸੇ ਸੀ, ਅੱਧਾ ਕਬੀਲਾ ਸਿਮੀਅਨ ਦਾ, ਬਿਨਯਾਮੀਨ ਦਾ ਪੂਰਾ ਕਬੀਲਾ, ਔਰ ਯਹੂਦਾ ਦਾ ਪੂਰਾ ਕਬੀਲਾ, ਇਹ ਜਿਹੜੇ 3 ਕਬੀਲੇ ਸੀਗੇ, ਇਹ ਘੁਲ ਮਿਲ ਕੇ ਜਿਹੜੇ ਅੱਜ ਦਾ ਇਜ਼ਰਾਈਲ ਆ, ਇਹੋ ਹੀ ਘੁਲੇ ਮਿਲੇ। ਦੂਸਰੇ ਪਾਸੇ ਲੋਕਾਂ ਨੂੰ ਹਾਲੇ ਵੀ ਸਾਮਰੀ ਕਿਹਾ ਜਾਂਦਾ, ਉਹਨਾਂ ਨੂੰ ਸਮਾਰਟਨ ਕਿਹਾ ਜਾਂਦਾ, ਜਿਸਦਾ ਅਸੀਂ ਪੜ੍ਹਨਾ ਇੱਕ ਸਾਮਰੀ ਔਰਤ ਨੇ। ਉਹ ਸਾਮਰੀ ਔਰਤ ਜਿਹੜੀ ਹੈਗੀ ਆ, ਉਹ ਐਕਚੁਅਲੀ ਦੂਜੇ ਪਾਸੇ ਦੇ ਇਜ਼ਰਾਈਲ ਦੀ, ਤੇ ਯਹੂਦੀ ਉਹਨਾਂ ਨੂੰ ਨਫ਼ਰਤ ਕਰਦੇ। ਅਸੀਂ ਇੱਕ ਸਾਮਰੀ ਦੀ ਕਹਾਣੀ ਪੜ੍ਹਦੇ ਹਾਂ, ਉਹ ਸਾਮਰੀ ਆ, ਉਹਨਾਂ ਨੂੰ ਸਾਮਰੀ ਕਿਹਾ ਜਾਂਦਾ ਸੀ। ਸੋ ਦੂਸਰੇ ਪਾਸੇ ਦੇ ਜਿਹੜੇ ਇਜ਼ਰਾਈਲ ਦੇ ਲੋਕ ਸੀਗੇ ਨਾ, ਉਹਨਾਂ ਨੂੰ ਇਹਨਾਂ ਨੇ ਸਾਮਰੀ ਕਹਿਣਾ ਸ਼ੁਰੂ ਕਰ ਦਿੱਤਾ ਸੀ, ਤੇ ਉਹਨਾਂ ਦੇ ਨਾਲ ਕੋਈ ਸੰਬੰਧ ਯਹੂਦੀ ਨਹੀਂ ਰੱਖਦੇ ਸੀ। ਖਾਸ ਕਰਕੇ ਜਿਸ ਲਈ ਵਾਪਸ ਦੁਆਰਾ ਇਹ ਆਏ ਆ ਨਾ, ਇਹ ਅੱਗੇ ਜਾ ਕੇ ਪੜਾਂਗੇ ਕਿੱਦਾਂ ਇਹਨਾਂ ਨੇ ਫਿਰ ਆਪਣੇ ਆਪ ਨੂੰ ਇਜ਼ਰਾਈਲੀ ਕਹਿਣਾ ਸ਼ੁਰੂ ਕਰ ਦਿੱਤਾ, ਉਹਨਾਂ ਨੂੰ ਸਾਮਰੀ ਕਹਿਣਾ ਸ਼ੁਰੂ ਕਰ ਦਿੱਤਾ। ਫਿਰ ਅੱਗੇ ਜਾ ਕੇ ਆਪਾਂ ਦੇਖਾਂਗੇ ਕਿ ਕਿਸ ਤਰ੍ਹਾਂ ਟਵਿਸਟ ਉਹ ਕਿੱਦਾਂ ਆਈ ਆ, ਕਿਉਂ ਆਈ ਆ। ਔਰ ਹੁਣ ਅਸੀਂ ਦੇਖਣਾ ਹੈਗਾ ਕਿ ਅਸੀਂ ਇੱਥੇ ਫਿਰ ਦੇਖਦੇ ਪਏ ਹਾਂ ਕਿ ਈਵਨ ਯਹੂਦਾ ਦੇ ਯੋਆਸ ਦੇ ਰਾਜ ਦੇ ਵਿੱਚ ਜਿਹੜਾ ਯਹੋਆਸ ਉਹ ਰਾਜਾ ਬਣਿਆ, ਔਰ ਕੰਮ ਉਹਨੇ ਵੀ ਉਹੀ ਕੀਤਾ। ਸਾਰਾ ਕੁਝ ਪਤਾ ਕਿ ਹਜ਼ਾਏਲ ਜਿਹੜਾ ਆਰਾਮ ਦਾ ਰਾਜਾ, ਯਾਨੀ ਕਿ ਜਿਹੜਾ, ਔਰ ਅਜੀਬ ਚੀਜ਼ ਇਹ ਹੈ ਕਿ ਜਿਸ ਵੇਲੇ ਅਸੀਂ ਦਾਊਦ ਦਾ ਰਾਜ ਦੇਖਦੇ ਹਾਂ, ਆ ਸਾਰਾ ਜਿਹੜਾ ਹੈਗਾ ਸੀ ਇਹ ਦਾਊਦ ਦਾ ਰਾਜ ਸੀ। ਇੱਥੇ ਤੱਕ ਅਦੋਮ, ਮੋਆਬ, ਅਮੋਨ, ਅਰਾਮ, ਇਹ ਸਾਰੇ ਜਿੰਨੇ ਸੀਗੇ ਨਾ, ਇਹ ਸਭ ਦਾਊਦ ਨੂੰ ਟੈਕਸ ਦਿੰਦੇ ਸੀਗੇ। ਇਹ ਜਿੰਨੇ ਵੀ ਇਹ ਇਲਾਕੇ ਸੀ, ਸਾਰੇ ਦਾਊਦ ਦੇ ਕੋਲ ਸੀ। ਸੁਲੇਮਾਨ ਨੇ ਵੀ ਇਹ ਸਾਰੇ ਇਲਾਕਿਆਂ ਤੇ ਰਾਜ ਕੀਤਾ। ਲੇਕਿਨ ਹੁਣ ਇਹਨਾਂ ਦਾ ਜਿਹੜਾ ਰਾਜ ਆ, ਉਹ ਜਿਹੜਾ ਘਟ ਕੇ ਅਸੀਂ ਦੇਖਦੇ ਪਏ ਹਾਂ ਕਿ ਕਿੰਨਾ ਰਹਿ ਗਿਆ। ਲక్ష్ਮੀ, ਸੋ ਅਸੀਂ ਦੇਖਦੇ ਪਏ ਆਹ ਇਲਾਕੇ, ਇਹ ਇਲਾਕਿਆਂ ਦੇ ਉੱਤੇ ਵੀ ਕਬਜ਼ੇ ਉਹਨੇ ਕਰਨੇ ਸ਼ੁਰੂ ਕਰਤੇ, ਕਿਉਂਕਿ ਆਰਾਮ ਦੇ ਰਾਜੇ ਨੇ ਇੱਥੇ ਤੱਕ ਤਾਂ ਕਬਜ਼ਾ ਆਲਰੇਡੀ ਕਰ ਲਿਆ ਹੈ, ਠੀਕ ਹੈ ਨਾ, ਇੱਥੇ ਤੱਕ ਕਬਜ਼ਾ ਕਰ ਲਿਆ। ਹੁਣ ਆ ਜਿਹੜੇ ਬਾਕੀ ਦੇ ਥੋੜੇ ਬਹੁਤੇ ਰਹਿੰਦੇ ਆ, ਇਹਨਾਂ ਨੂੰ ਚੰਗੀ ਕੁੱਟ ਫਿਰਦੀ ਪਈ। ਜਿਸ ਨੂੰ ਕਹਿੰਦਾ ਨਾ ਵੀ ਉਹਨਾਂ ਕੋਲ ਸਿਰਫ 50 ਘੋੜੇ ਤੇ 10,000 ਸੈਨਾ ਰਹਿ ਗਈ, ਤੇ ਬਾਕੀਆਂ ਦੇ ਉੱਤੇ ਉਸਨੇ ਕਬਜ਼ਾ ਕਰ ਲਿਆ। ਸੋ ਇਹ ਸਾਰਾ ਕੁਝ ਹੋ ਗਿਆ। ਇਧਰੋਂ ਫਿਨੀਸ਼ੀਅਨ ਲੋਕ ਵੀ ਜਿਹੜੇ ਆਉਣੇ ਸ਼ੁਰੂ ਹੋ ਗਏ ਆ। ਆ ਵੀ ਜਿਹੜੇ ਲੋਕ ਇੱਥੇ ਵਸਦੇ ਪਏ, ਇਹ ਵੀ ਗੋਰੇ ਆ, ਇਹ ਵੀ ਸਾਰੇ ਇਟਲੀ ਦੇ ਇਟਾਲੀਅਨ ਲੋਕ ਆ। ਇਟਲੀ, ਸਿਸਲੀ, ਜਿਹੜੇ ਮੈਡੀਟੇਰੀਅਨ ਦੇ ਸੀ ਦੇ ਲਾਗੇ ਦੇ ਦੂਸਰੇ ਪਾਸੇ ਦੇ ਕੰਟਰੀ ਦੇ ਜਿਹੜੇ ਲੋਕ ਆ, ਉਹ ਆ ਕੇ ਇੱਥੇ ਆ ਕੇ ਵਸਦੇ ਪਏ ਆ। ਔਰ ਉਹ ਇਧਰੋਂ ਉਹ ਪ੍ਰੈਸ਼ਰ ਪਾਉਂਦੇ ਪਏ, ਇਧਰੋਂ ਇਹਨਾਂ ਦੇ ਉੱਤੇ ਇਧਰੋਂ ਪ੍ਰੈਸ਼ਰ ਪੈਂਦਾ ਪਿਆ। ਸੋ ਇਹ ਚੀਜ਼ ਅਸੀਂ ਇੱਥੇ ਦੇਖਦੇ ਪਏ ਹਾਂ। ਸੋ ਹੁਣ ਅਸੀਂ ਦੇਖਦੇ ਪਏ ਕਿ ਇਜ਼ਰਾਈਲ ਦਿਨੋਂ ਦਿਨ ਘਟਦਾ ਜਾਂਦਾ ਪਿਆ। ਅਸੀਂ ਪ੍ਰਭੂ ਦੇ ਵਚਨ ਦੇ ਵਿੱਚ ਪੜ੍ਹਿਆ ਸੀਗਾ ਕਿ ਫਿਰ ਪ੍ਰਭੂ ਨੇ ਇਜ਼ਰਾਈਲ ਨੂੰ ਘਟਾਉਣਾ ਸ਼ੁਰੂ ਕਰ ਦਿੱਤਾ। ਠੀਕ, ਸੋ ਅਸੀਂ ਉਹ ਸਾਰੀ ਚੀਜ਼ ਹੁਣ ਇੱਥੇ ਹੁੰਦੀ ਦੇਖਦੇ ਪਏ ਹਾਂ ਕਿ ਦਿਨਾਂ ਦਿਨ ਉਹਨਾਂ ਦੇ ਨੰਬਰ ਵੀ ਘਟਦੇ ਪਏ ਆ, ਦਿਨੋਂ ਦਿਨ ਉਹਨਾਂ ਦੀ ਜਿਹੜੀ ਜ਼ਮੀਨ ਆ ਉਹ ਵੀ ਘਟਦੀ ਪਈ। ਰਾਈਟ, ਸੋ ਹੁਣ ਏਦਾਂ ਨਹੀਂ ਹੈਗਾ ਕਿ ਇੱਥੇ ਜਿਹੜੇ ਬਸਿਓ ਆ ਉਹ ਹੈਗੇ ਆ ਗਾਦ ਕਬੀਲੇ ਦੇ ਨਾ, ਸਾਰੇ ਹੁਣ ਰਲਿਆ ਮਿਲਿਆ ਖਿੱਚੜ ਜਿਹਾ ਹੈ, ਖਿੱਚੜ ਜਿਹਾ ਆਇਆ। ਹੁਣ ਉਹਨਾਂ ਨੂੰ ਏਦਾਂ ਨਹੀਂ ਹੈਗਾ ਕਿ ਆਹ ਜ਼ਮੀਨ ਸਾਡੀ ਆ ਤੇ ਆਹ ਸਾਡੇ ਪੁਰਖੇ ਨੂੰ ਮਿਲੀ ਤੇ ਆਹ ਸਾਡੇ ਪੁਰਖੇ ਨੂੰ ਮਿਲੀ ਨਾ। ਹੁਣ ਟਰਾਈਬਾਂ ਉਹ ਸਾਰੀਆਂ ਮਿਕਸ ਮੁਕਸ ਜੀਆਂ ਹੋ ਗਈਆਂ, ਹੁਣ ਜਾਨ ਬਚਾਉਂਦੇ ਫਿਰਦੇ। ਜੇ ਉਧਰਲੇ ਪਾਸੋਂ ਕੁੱਟ ਪੈਂਦੀ ਤਾਂ ਦੌੜ ਕੇ ਦੂਜੇ ਖੂੰਜੇ ਨੂੰ ਆ ਜਾਂਦੇ, ਜਿਸ ਲਈ ਇਧਰੋਂ ਕੁੱਟ ਪੈਂਦੀ ਆ ਦੌੜ ਕੇ ਦੂਜੇ ਖੂੰਜੇ ਨੂੰ ਚਲ ਜਾਂਦੇ ਆ। ਪਰ ਬੁੱਤ ਪ੍ਰਸਤੀ ਨਹੀਂ ਕਰਨੀ ਹਟਦੇ। ਪਰ ਪ੍ਰਭੂ ਫਿਰ ਵੀ ਰਹਿਮ ਕਰਦਾ ਪਿਆ ਕਿ ਉਹ ਹਰੇਕ ਵਾਰੀ ਇਹਨਾਂ ਦੀ ਮਦਦ ਕਰਦਾ ਪਿਆ, ਹਰੇਕ ਵਾਰੀ। ਕਿਹਦੀ ਖਾਤਰ? ਅਬਰਾਹਮ ਦੀ ਖਾਤਰ, ਦਾਊਦ ਦੀ ਖਾਤਰ। ਔਰ ਦੂਜੇ ਪਾਸੇ ਅਸੀਂ ਦੇਖਿਆ ਕਿ ਪ੍ਰਭੂ ਦਾ ਜਿਹੜੀ ਅਸੀਂ ਪ੍ਰਭੂ ਦੀ ਲਹੂ ਦੀ ਲਾਈਨ ਦੇਖਦੇ ਪਏ ਨਾ, ਕੱਲ ਨੂੰ ਦੁਬਾਰਾ ਦੇਖਾਂਗੇ, ਪ੍ਰਭੂ ਦੀ ਜਿਹੜੀ ਲਹੂ ਦੀ ਲਾਈਨ ਦੇਖਦੇ ਪਏ, ਉਹ ਵੀ ਕਿੱਦਾਂ ਮਸੀਂ ਬਚ ਕੇ ਨਿਕਲੀ ਹੈ।
ਰਾਜਾ ਯੋਆਸ ਕਿੱਦਾਂ ਮਸੀਂ ਬਚ ਕੇ ਨਿਕਲਿਆ। ਕਿੰਨੀ ਵਾਰੀ ਸ਼ੈਤਾਨ ਦੇ ਹਮਲੇ ਪ੍ਰਭੂ ਦੀ ਉਸ ਲਾਈਨ ਦੇ ਉੱਤੇ ਹੋਏ, ਲੇਕਿਨ ਪ੍ਰਭੂ ਅੱਜ ਜੋ ਸਾਡੇ ਕੋਲ ਪ੍ਰਭੂ ਯਿਸੂ ਮਸੀਹ ਹੈਗਾ, ਦੇਖੋ ਕਿੰਨੇ ਕੁਛ ਦੇ ਵਿੱਚੋਂ ਦੀ ਉਹ ਲਾਈਨ ਨਿਕਲ ਕੇ ਆਈ ਹੈ, ਉਹ ਮੁਕਤੀਦਾਤਾ ਨਿਕਲ ਕੇ ਆਇਆ। ਸੋ ਇਹ ਅਸੀਂ ਦੇਖਦੇ ਪਏ ਹਾਂ। ਅੱਛਾ ਜੀ, ਹੁਣ ਅਲੀਸ਼ਾ ਨਬੀ ਦੀ ਜੀ ਮੌਤ ਹੋ ਗਈ। ਸੋ ਆਓ 14 ਆਇਤ ਤੋਂ ਲੈ ਕੇ ਅਸੀਂ 20 ਆਇਤ ਤੱਕ ਦੇਖਦੇ ਹਾਂ। ਅਲੀਸ਼ਾ ਨਬੀ ਦੀ ਮੌਤ। ਤਦ ਅਲੀਸ਼ਾ ਨਬੀ ਨੂੰ ਭਿਆਨਕ ਬਿਮਾਰੀ ਲੱਗ ਗਈ, ਜਿਸ ਨਾਲ ਉਸਨੇ ਮਰ ਜਾਣਾ ਸੀ। ਇਜ਼ਰਾਈਲ ਦਾ ਰਾਜਾ ਜੋਆਸ਼ ਉਸ ਸਮੇਂ ਅਲੀਸ਼ਾ ਨੂੰ ਮਿਲਣ ਗਿਆ। ਜਦੋਂ ਉਹ ਅਲੀਸ਼ਾ ਨੂੰ ਮਿਲਿਆ ਤਾਂ ਉਹ ਰੋ ਪਿਆ ਤੇ ਬੋਲਿਆ, ਮੇਰੇ ਪਿਤਾ, ਤੁਸੀਂ ਤਾਂ ਇਜ਼ਰਾਈਲ ਦੇ ਮਹਾਬਲੀ ਰੱਖਕ ਰਹੇ ਹੋ। ਅਲੀਸ਼ਾ ਨੇ ਯਹੋਆਸ਼ ਨੂੰ ਆਗਿਆ ਦਿੱਤੀ, ਤੂੰ ਆਪਣਾ ਤੀਰ ਕਮਾਨ ਅਤੇ ਕੁਝ ਤੀਰ ਰੱਖ ਵਿੱਚ ਲੈ। ਯਹੋਸ਼ਾ ਨੇ ਇਸੇ ਤਰ੍ਹਾਂ ਕੀਤਾ। ਤਾਂ ਅਲੀਸ਼ਾ ਨੇ ਉਸ ਨੂੰ ਕਿਹਾ, ਤੂੰ ਤੀਰ ਚਲਾਉਣ ਦੇ ਲਈ ਤਿਆਰ ਹੋ ਜਾ। ਉਸਨੇ ਅਲੀਸ਼ਾ ਦੇ ਕਹੇ ਅਨੁਸਾਰ ਆਪਣਾ ਤੀਰ ਕਮਾਨ ਕੱਸ ਲਿਆ ਤੇ ਅਲੀਸ਼ਾ ਨੇ ਉਸ ਉੱਤੇ ਆਪਣੇ ਹੱਥ ਰੱਖ ਦਿੱਤੇ। ਫਿਰ ਅਲੀਸ਼ਾ ਨੇ ਕਿਹਾ, ਤੂੰ ਪੂਰਬ ਵੱਲ ਦੀ ਖਿੜਕੀ ਖੋਲ ਦੇ। ਉਸਨੇ ਖਿੜਕੀ ਖੋਲ ਦਿੱਤੀ। ਤਦ ਅਲੀਸ਼ਾ ਨੇ ਕਿਹਾ, ਤੀਰ ਚਲਾ। ਜੋਆਸ਼ ਦੇ ਤੀਰ ਚਲਾਉਂਦਿਆਂ ਹੀ ਅਲੀਸ਼ਾ ਨੇ ਕਿਹਾ, ਤੂੰ ਪ੍ਰਭੂ ਦਾ ਤੀਰ ਹੈ, ਜਿਸ ਦੇ ਨਾਲ ਉਹ ਰਾਮ ਦੇ ਉੱਤੇ ਜਿੱਤ ਪ੍ਰਾਪਤ ਕਰੇਗਾ। ਤੂੰ ਅਫੇਕ ਵਿੱਚ ਰਾਮੀਆਂ ਨਾਲ ਉਸ ਸਮੇਂ ਤੱਕ ਲੜਦਾ ਰਹੇਗਾ ਜਦੋਂ ਤੱਕ ਉਹ ਪੂਰੀ ਤਰ੍ਹਾਂ ਹਾਰ ਨਾ ਜਾਣ। ਅਲੀਸ਼ਾ ਨਬੀ ਨੇ ਫਿਰ ਰਾਜਾ ਜੋਆਸ਼ ਨੂੰ ਕਿਹਾ, ਤੂੰ ਤੀਰ ਲੈ ਕੇ ਧਰਤੀ ਉੱਤੇ ਮਾਰ। ਜੋਆਸ਼ ਨੇ ਅਲੀਸ਼ਾ ਦੇ ਕਹੇ ਅਨੁਸਾਰ 3 ਤੀਰ ਧਰਤੀ ਉੱਤੇ ਮਾਰੇ ਅਤੇ ਫਿਰ ਉਹ ਰੁਕ ਗਿਆ। ਪਰ ਅਲੀਸ਼ਾ ਉਸਦੇ ਰੁਕਦਿਆਂ ਹੀ ਗੁੱਸੇ ਨਾਲ ਬੋਲਿਆ, ਤੈਨੂੰ 5 ਜਾਂ 6 ਤੀਰ ਧਰਤੀ ਉੱਤੇ ਮਾਰਨੇ ਚਾਹੀਦੇ ਸਨ। ਇਸ ਤਰ੍ਹਾਂ ਤੂੰ ਰਾਮੀ ਲੋਕਾਂ ਨੂੰ ਬਿਲਕੁਲ ਨਾਸ਼ ਕਰ ਦਿੰਦਾ, ਪਰ ਹੁਣ ਤੂੰ ਉਹਨਾਂ ਨੂੰ ਕੇਵਲ 3 ਵਾਰ ਹੀ ਹਰਾਵੇਂਗਾ। ਤਦ ਅਲੀਸ਼ਾ ਮਰ ਗਿਆ ਅਤੇ ਦਫਨਾ ਦਿੱਤਾ ਗਿਆ। ਸੋ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਣ ਜਾ ਰਿਹਾ, ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਣ ਜਾ ਰਿਹਾ, ਜਾਂਦਾ ਜਾਂਦਾ ਅਲੀਸ਼ਾ ਉਸ ਨੂੰ ਵੀ ਦੱਸ ਗਿਆ। ਲੇਕਿਨ ਅਸੀਂ ਇਹ ਦੇਖਦੇ ਪਏ ਹਾਂ ਕਿ ਕੀ ਪ੍ਰਭੂ ਦੇ ਨਬੀ ਨੂੰ ਵੀ ਬਿਮਾਰੀ ਲੱਗ ਸਕਦੀ ਹੈ? ਬਿਲਕੁਲ। ਇਹਦੇ ਰਾਹੀਂ ਪ੍ਰਭੂ ਨੇ ਕੋੜੀ ਠੀਕ ਕੀਤੇ, ਇਹਦੇ ਰਾਹੀਂ ਪ੍ਰਭੂ ਨੇ ਮੁਰਦੇ ਜਿੰਦੇ ਕੀਤੇ, ਇਹਦੇ ਰਾਹੀਂ ਪ੍ਰਭੂ ਨੇ ਇੱਕ ਵਿਧਵਾ ਨਹੀਂ, ਇੱਕ ਔਰਤ ਸੀਗੀ, ਸੁਨਮ ਦੀ ਔਰਤ ਸੀ, ਉਹਦੇ ਸੰਤਾਨ ਨਹੀਂ ਸੀ ਪੈਦਾ ਹੁੰਦੀ, ਪ੍ਰਭੂ ਨੇ ਉਹ ਮਿਰਾਕਲ ਕੀਤਾ। ਫਿਰ ਉਹਦਾ ਪੁੱਤਰ ਮਰ ਗਿਆ, ਪ੍ਰਭੂ ਨੇ ਉਹ ਮਿਰਾਕਲ ਕੀਤਾ। ਇੰਨੇ ਮਿਰਾਕਲ ਇਸ ਬੰਦੇ ਦੇ ਰਾਹੀਂ ਕੀਤੇ, ਲੇਕਿਨ ਕੀ ਉਹਨੂੰ ਬਿਮਾਰੀ ਲੱਗ ਸਕਦੀ? ਹਾਂ। ਸੋ ਪ੍ਰਭੂ ਸਾਨੂੰ ਇਹ ਚੀਜ਼ ਦਿਖਾਉਂਦਾ ਪਿਆ ਕਿ ਅਲੀਸ਼ਾ ਨੇ ਕੋਈ ਪਾਪ ਕੀਤਾ ਜਿਹੜੀ ਉਹਨੂੰ ਬਿਮਾਰੀ ਲੱਗੀ ਜਾਂ ਨੋ। He's a man of God। ਅੰਤ ਤੱਕ ਉਹ ਪ੍ਰਭੂ ਦਾ ਬੰਦਾ ਹੈ ਔਰ ਅੰਤ ਤੱਕ ਉਹ ਜਿਹੜਾ ਅਲੀਸ਼ਾ ਜਿਸ ਵੇਲੇ ਉਹ ਉਸਨੂੰ ਮਿਲਣ ਵੀ ਗਿਆ, ਇਜ਼ਰਾਈਲ ਦਾ ਰਾਜਾ ਉਸਨੂੰ ਮਿਲਣ ਗਿਆ, ਕਿਉਂਕਿ ਅਸੀਂ ਹਜ਼ਾਏਲ ਨੂੰ ਹੁਣ ਉਹਦੇ ਤੇ ਹਮਲੇ ਕਰਦੇ ਦੇਖਦੇ ਪਏ ਨਾ। ਅਲੀਸ਼ਾ ਜਿਹੜਾ ਆ ਉਹ ਇਜ਼ਰਾਈਲ ਦੇ ਇਲਾਕੇ ਦਾ ਨਬੀ, ਠੀਕ। ਦੂਸਰੇ ਪਾਸੇ ਜਿਹੜਾ ਨਬੀ ਉਬੇਦ ਆ ਚੁੱਕਾ ਆ, ਔਰ ਦੂਸਰੇ ਪਾਸੇ ਜਿਹੜਾ ਨਬੀ ਯੋਏਲ, ਜਿਹੜਾ ਅਗਲਾ ਨਬੀ ਉਧਰਲੇ ਪਾਸੇ ਆਇਆ, ਯਹੂਦਾ ਵਾਲੇ ਪਾਸੇ ਆਇਆ, ਉਹ ਯੋਏਲ। ਸੋ ਯਹੂਦਾ ਦੇ ਲੋਕਾਂ ਨੂੰ ਪ੍ਰਭੂ ਯੋਏਲ ਦੇ ਰਾਹੀਂ ਲੀਡ ਕਰਦਾ ਪਿਆ, ਅਸੀਂ ਉਹ ਪੜ੍ਹਿਆ ਨੇ। ਦੂਸਰੇ ਪਾਸੇ ਉਬੇਦ ਦੇ ਰਾਹੀਂ ਲੀਡ ਕਰਦਾ ਪਿਆ, ਉਹ ਅਸੀਂ ਪੜਾਂਗੇ ਜਾ ਕੇ ਇਤਿਹਾਸ ਦੀ ਪੋਥੀ ਦੇ ਵਿੱਚ, ਉਹਨਾਂ ਨੂੰ ਪੜਾਂਗੇ, ਕਿਉਂਕਿ ਉੱਥੇ ਥੋੜੀਆਂ ਜਿਹੀਆਂ ਚੀਜ਼ਾਂ ਵਿਸਥਾਰ ਦੇ ਨਾਲ। ਸੋ ਇੱਥੇ ਕਿਉਂਕਿ ਮੈਂ ਇਹਨਾਂ ਨਵੀਆਂ ਤੋਂ ਮੈਂ ਆਪਣਾ ਧਿਆਨ ਨਹੀਂ ਸੀ ਹਟਾਉਣਾ ਮੰਗਦਾ, ਕਿਸ ਕਰਕੇ ਇਧਰਲੇ ਪਾਸੇ ਇਹਨਾਂ ਦਾ ਅਸੀਂ ਕੰਮ ਦੇਖਦੇ ਪਏ ਹਾਂ। ਸੋ ਇਜ਼ਰਾਈਲ ਦਾ ਜਿਹੜਾ ਨਬੀ ਆ, ਇਜ਼ਰਾਈਲ ਵਾਲੇ ਪਾਸੇ ਦਾ, ਉੱਪਰਲੇ ਪਾਸੇ ਦਾ, ਕਿਉਂਕਿ ਦੇਸ਼ 2 ਹਿੱਸਿਆਂ 'ਚ ਵੰਡ ਹੋ ਚੁੱਕਾ। ਸੋ ਇੱਕ ਪਾਸਾ ਜਿਹੜਾ ਉੱਪਰਲਾ ਪਾਸਾ ਉਹ ਇਸਰਾਇਲ ਆ, ਉੱਥੇ ਦੇ ਰਾਜੇ ਦਾ ਇਹ ਹਾਲ ਆ ਕਿ ਉਸਦੇ ਕੋਲ 50 ਘੋੜੇ ਆ, 10,000 ਸੈਨਿਕ, ਔਰ ਅਲੀਸ਼ਾ ਜਿਹੜਾ ਆ ਉਹ ਇਸ ਵੇਲੇ ਮਰਨ ਕੰਢੇ ਆ।
ਸੋ ਜਿਸਲੇ ਅਲੀਸ਼ਾ ਦੇ ਕੋਲ ਆਇਆ ਤੇ ਉਹ ਆਉਂਦਾ ਹੀ ਉਹ ਰੋ ਪਿਆ, ਉਹ ਰੋ ਪਿਆ। ਉਸਨੂੰ ਪਤਾ ਪ੍ਰਭੂ ਨੇ ਮੇਰੇ ਲਈ ਕੀ ਕੀਤਾ ਹੈ, ਸਾਡੇ ਲਈ ਕੀ ਕੀਤਾ ਹੈ। ਪ੍ਰਭੂ ਨੇ ਇੱਕ ਮੁਕਤੀਦਾਤਾ ਘੱਲ ਕੇ ਸਾਨੂੰ ਬਚਾਇਆ, ਇੱਕ ਮੁਕਤੀਦਾਤਾ ਘੱਲ ਕੇ ਸਾਨੂੰ ਬਚਾਇਆ, ਨਹੀਂ ਤਾਂ ਅਸੀਂ ਬਚਣਾ ਨਹੀਂ ਸੀ। ਹਰ ਵਾਰ ਉਹ ਮੁਕਤੀਦਾਤਾ ਘੱਲ ਕੇ ਬਚਾਉਂਦਾ। ਔਰ ਇੱਥੇ ਅਸੀਂ ਕੀ ਦੇਖਦੇ ਪਏ ਹਾਂ ਕਿ ਉਹ ਉਸਨੂੰ ਪਤਾ ਪ੍ਰਭੂ ਸਾਡੇ ਨਾਲ ਆ। ਸੋ ਉਹ ਆ ਕੇ ਉਸਦੇ ਕੋਲ ਰੋਇਆ, ਉਸਨੇ ਕਿਹਾ ਠੀਕ ਹੈ ਤੂੰ ਏਦਾਂ ਕਰ, ਤੀਰ ਚਲਾ ਹਵਾ ਦੇ ਵਿੱਚ। ਉਸਨੇ ਹਵਾ ਚਲਾਇਆ ਤਾਂ ਧਰਤੀ ਤੇ ਮਾਰ। ਸੋ ਉਹਦੇ ਹੱਥ ਉੱਤੇ ਰੱਖਿਆ ਹੈ, ਉਹ ਤੀਰ ਚਲਾਉਂਦਾ ਪਿਆ। ਉਸਨੇ 3 ਤੀਰ ਚਲਾਏ ਤੇ ਰੁਕ ਗਿਆ। ਉਸਨੇ ਕਿਹਾ ਕਿ ਹੁਣ ਤੂੰ 3 ਵਾਰ ਉਹਨੂੰ ਹਰਾਏਗਾ। ਜੇ ਤੂੰ 6-7 ਵਾਰੀ ਤੀਰ ਧਰਤੀ ਤੇ ਮਾਰ ਦਿੰਦਾ ਤੂੰ ਉਹਨਾਂ ਦਾ ਪੂਰੀ ਤਰ੍ਹਾਂ ਨਾਸ਼ ਕਰ ਦੇਣਾ ਸੀ, ਪਰ ਹੁਣ ਤੂੰ ਉਹਨਾਂ ਦਾ ਪੂਰੀ ਤਰ੍ਹਾਂ ਨਾਸ਼ ਨਹੀਂ ਕਰ ਸਕੇਗਾ। ਉਹ ਫੇਰ ਆਪਣਾ ਸਿਰ ਚੁੱਕਣਗੇ। ਸਿਰ ਤਾਂ ਕੀ ਚੁੱਕਣਾ, ਕਿਉਂਕਿ ਹੁਣ ਅਸੀਰੀਅਨ ਵੀ ਆ ਜਾਣੇ ਨਾ। ਫਿਰ ਆਪਾਂ ਅਸੀਰੀਅਨ ਬਾਰੇ ਦੇਖਾਂਗੇ ਕਿ ਅਸੀਰੀਅਨ ਲੋਕ ਕੌਣ ਸੀਗੇ, ਕਿੱਥੋਂ ਉੱਠੇ ਆ, ਔਰ ਕਿੱਥੋਂ ਉੱਠ ਕੇ ਉਹ ਆਏ। ਸੋ ਥੋੜਾ ਜਿਹਾ ਆਪਾਂ ਫਿਰ ਬਾਕੀ ਦੀ ਦੁਨੀਆ ਬਾਰੇ, ਰਾਜਿਆਂ ਦੀ ਪੋਥੀ ਨੂੰ ਖਤਮ ਕਰਕੇ ਫਿਰ ਬਾਕੀ ਦੀ ਦੁਨੀਆ ਬਾਰੇ ਵੀ ਦੇਖਾਂਗੇ ਕਿ ਬਾਕੀ ਦੀ ਦੁਨੀਆ 'ਚ ਕੀ ਹੋ ਰਿਹਾ। ਸੋ ਆਓ ਇਸ ਨੂੰ ਅੱਗੇ ਪੜ੍ਹੀਏ। ਅਸੀਂ ਹੁਣ ਪੜ੍ਹਾਂਗੇ 20 ਆਇਤ ਤੋਂ ਲੈ ਕੇ ਚੈਪਟਰ ਦੇ ਐਂਡ ਤੇ। ਤਦ ਅਲੀਸ਼ਾ ਮਰ ਗਿਆ ਅਤੇ ਦਫਨਾ ਦਿੱਤਾ ਗਿਆ। ਉਸ ਸਮੇਂ ਹਰ ਸਾਲ ਬਸੰਤ ਦੀ ਰੁੱਤ ਵਿੱਚ ਮੁਆਬੀ ਦਲ ਬਣਾ ਕੇ ਬਾਰ-ਬਾਰ ਇਜ਼ਰਾਈਲ ਉੱਤੇ ਚੜ੍ਹਾਈ ਕਰਦੇ ਰਹਿੰਦੇ ਸਨ। ਇੱਕ ਵਾਰ ਜਦੋਂ ਕੁਝ ਇਜ਼ਰਾਈਲੀ ਇੱਕ ਮੁਰਦੇ ਨੂੰ ਦਫਨਾ ਰਹੇ ਸਨ ਤਾਂ ਉਹਨਾਂ ਨੇ ਮੁਆਬੀਆਂ ਦਾ ਇੱਕ ਦਲ ਆਉਂਦਾ ਦੇਖਿਆ ਤਾਂ ਉਹ ਡਰ ਗਏ। ਉਹਨਾਂ ਮੁਰਦੇ ਨੂੰ ਤੁਰੰਤ ਅਲੀਸ਼ਾ ਦੀ ਕਬਰ ਵਿੱਚ ਸੁੱਟਿਆ ਅਤੇ ਉੱਥੋਂ ਨੱਠ ਗਏ। ਪਰ ਉਹ ਮੁਰਦਾ ਜਦੋਂ ਅਲੀਸ਼ਾ ਦੀਆਂ ਹੱਡੀਆਂ ਨਾਲ ਜਾ ਕੇ ਛੋਇਆ ਤਾਂ ਉਸ ਵਿੱਚ ਪ੍ਰਾਣ ਵਾਪਸ ਆ ਗਏ ਤੇ ਉੱਠ ਕੇ ਖੜਾ ਹੋ ਗਿਆ। ਇਜ਼ਰਾਈਲੀਆਂ ਦੇ ਤੇ ਰਾਮੀਆਂ ਵਿਚਕਾਰ ਯੁੱਧ। ਰਾਮ ਦਾ ਰਾਜਾ ਹਜ਼ਾਏਲ ਜੋਹਾਜ਼ ਦੇ ਰਾਜ ਕਾਲ ਵਿੱਚ ਲਗਾਤਾਰ ਇਜ਼ਰਾਈਲੀਆਂ ਨੂੰ ਸਤਾਉਂਦਾ ਰਿਹਾ, ਪਰ ਪ੍ਰਭੂ ਦੀ ਉਹਨਾਂ ਉੱਤੇ ਦਇਆ ਸੀ, ਇਸ ਲਈ ਉਸਨੇ ਉਹਨਾਂ ਨੂੰ ਨਾਸ਼ ਨਾ ਹੋਣ ਦਿੱਤਾ। ਸਗੋਂ ਅਬਰਾਹਮ, ਇਸਹਾਕ ਤੇ ਯਾਕੂਬ ਨਾਲ ਆਪਣੇ ਕੀਤੇ ਨੇਮ ਦੇ ਕਾਰਨ ਉਹਨਾਂ ਦੀ ਮਦਦ ਕਰਦਾ ਰਿਹਾ ਹੈ। ਸੋ ਪ੍ਰਭੂ ਇਜ਼ਰਾਈਲੀਆਂ ਨੂੰ ਕਦੀ ਵੀ ਭੁੱਲਿਆ ਨਹੀਂ ਸੀ। ਤਦ ਰਾਮ ਦੇ ਰਾਜਾ ਹਜ਼ਾਏਲ ਦੇ ਮਰ ਜਾਣ ਪਿੱਛੋਂ ਉਸਦਾ ਪੁੱਤਰ ਬਨ-ਹਦਦ ਰਾਮ ਦਾ ਰਾਜਾ ਬਣਿਆ। ਪਰ ਇਜ਼ਰਾਈਲ ਦੇ ਰਾਜਾ ਯਹੋਆਸ਼ ਨੇ 3 ਵਾਰ ਬਨ-ਹਦਦ ਨੂੰ ਹਰਾ ਕੇ ਆਪਣੇ ਉਹ ਸਾਰੇ ਨਗਰ ਉਸ ਤੋਂ ਵਾਪਸ ਖੋਹ ਲਏ ਜਿਨ੍ਹਾਂ ਉੱਤੇ ਬਨ-ਹਦਦ ਨੇ ਯਹੋਆਸ਼ ਦੇ ਪਿਤਾ ਯਹੋਆਹਾਜ਼ ਦੇ ਰਾਜਕਾਲ ਵਿੱਚ ਅਧਿਕਾਰ ਕਰ ਲਿਆ ਸੀ। ਬਸ ਉੱਥੇ ਤੱਕ ਗਿਆ, ਗਾਂ ਨਹੀਂ ਗਿਆ। ਉੱਥੇ ਤੱਕ ਗਿਆ, ਗਾਂ ਨਹੀਂ ਗਿਆ। ਆਰਾਮ ਹਾਲੇ ਵੀ ਬਚ ਗਿਆ। ਠੀਕ। ਸੋ ਜਿਸ ਵੇਲੇ ਅਸੀਂ ਦੇਖਦੇ ਪਏ ਹਾਂ ਕਿ ਉਹ ਮੁੜ ਕੇ ਆਪਣੀ ਫੁੱਲ ਕਪੈਸਿਟੀ ਦੇ ਵਿੱਚ ਆ ਗਿਆ, ਕਿਉਂਕਿ ਉਸਨੂੰ ਪ੍ਰਭੂ ਨੇ ਬਰਕਤ ਦਿੱਤੀ, ਪ੍ਰਭੂ ਨੇ ਮੁੜ ਕੇ ਯਾਦ ਕੀਤਾ, ਪ੍ਰਭੂ ਨੇ ਆਪਣਾ ਨੇਮ ਮੁੜ ਕੇ ਯਾਦ ਕੀਤਾ। ਸਾਡਾ ਪ੍ਰਭੂ ਨੇਮ ਦਾ ਪ੍ਰਭੂ, ਉਹ ਹਮੇਸ਼ਾ ਆਪਣੇ ਨੇਮ ਨੂੰ ਯਾਦ ਰੱਖਦਾ। ਧਰਤੀ ਤੇ ਉਸਨੇ ਪਾਣੀ ਕਿਉਂ ਨਹੀਂ ਚੜਾਉਣਾ? ਕੋਈ ਦੱਸ ਸਕਦਾ? ਮੁੜ ਕੇ ਹੜ ਨਹੀਂ ਆਉਣਾ ਧਰਤੀ ਤੇ ਜਿੱਦਾਂ ਨੋਹਾ ਦੇ ਵੇਲੇ ਆਇਆ ਸੀ। ਕਿਉਂ ਨਹੀਂ ਆਉਣਾ? ਉਸਨੇ ਇੱਕ ਨੇਮ ਬੰਨਿਆ ਸੀ ਔਰ ਉਸ ਨੇਮ ਦੀ ਸਾਨੂੰ ਨਿਸ਼ਾਨੀ ਦਿੱਤੀ ਸੀ। ਰੇਨਬੋ, ਸਤਰੰਗੀ ਪੀਂਗ। ਕਹਿੰਦਾ ਜਦ ਵੀ ਮੈਂ ਇਸ ਨੂੰ ਦੇਖੂੰਗਾ ਤੇ ਮੈਂ ਮੁੜ ਕੇ ਇਸ ਤਰ੍ਹਾਂ ਨਹੀਂ ਮਰਾਂ। ਇਹ ਮੇਰੀ ਯਾਦ ਹੋਈ। ਔਰ ਅੱਜ ਵੀ ਜਿਸ ਲਈ ਅਸੀਂ ਪ੍ਰਕਾਸ਼ ਦੀ ਪੋਥੀ ਦੇ ਵਿੱਚ ਜਾਂਦੇ ਹਾਂ, ਚੌਥੇ ਭਾਗ ਦੇ ਵਿੱਚ ਜਾਂਦੇ ਹਾਂ, ਉਹਦੇ ਸਿੰਘਾਸਨ ਦੇ ਪਿੱਛੇ ਸਤਰੰਗੀ ਪੀਂਗ ਯਾਦ ਕਰਦਾ ਔਰ ਸਾਨੂੰ ਯਾਦ ਕਰਾਉਂਦਾ। ਸਤਰੰਗੀ ਪੀਂਗ ਪਾ ਕੇ ਸਾਨੂੰ ਯਾਦ ਕਰਾਉਂਦਾ ਤੁਸੀਂ ਮਾਰੇ ਜਾ ਸਕਦੇ ਪਰ ਮੇਰਾ ਨਹੀਂ। ਸੋ ਹੁਣ ਅਸੀਂ ਦੁਆਰਾ ਇੱਥੇ ਯਾਦ ਦੇਖਦੇ ਪਏ ਹਾਂ ਕਿ ਪ੍ਰਭੂ ਨੇ ਸਿਰਫ ਤੇ ਸਿਰਫ ਆਪਣੇ ਨੇਮ ਦੇ ਕਰਕੇ, ਜਿਹੜਾ ਉਸਨੇ ਨੇਮ ਬੰਨਿਆ, ਜੋ ਉਸਨੇ ਅਬਰਾਹਮ ਨੂੰ ਦਿੱਤਾ, ਇਸਹਾਕ ਨੂੰ ਦਿੱਤਾ, ਇਸਹਾਕ ਤੋਂ ਬਾਅਦ ਯਾਕੂਬ ਨੂੰ ਦਿੱਤਾ, ਉਸਨੇ ਉਸ ਨੇਮ ਨੂੰ ਯਾਦ ਕੀਤਾ।
ਇਸਰਾਈਲੀਆਂ ਦੇ ਕੋਈ ਕੰਮ ਨਹੀਂ ਕੀਤਾ, ਕੋਈ ਭਲੇ ਕੰਮ ਨਹੀਂ ਉਹਨਾਂ ਦੇ। ਇਸਰਾਈਲੀਆਂ ਦੇ ਕੰਮ ਉਹੀ ਹੈ, ਉਹੀ ਭੈੜੇ ਕੰਮ, ਪਰ ਆਪਣੇ ਨੇਮ ਨੂੰ ਬੰਨ ਕੇ, ਕਿਉਂਕਿ ਉਹ ਭੈੜਿਆਂ ਦੇ ਨਾਲ ਭੈੜਾ ਨਹੀਂ ਹੋ ਜਾਂਦਾ, ਬੁਰਿਆਂ ਦੇ ਨਾਲ ਉਹ ਬੁਰਾ ਨਹੀਂ ਹੋ ਜਾਂਦਾ। ਹਾਂ, ਦਾਊਦ ਬਥੇਰਾ ਗੁੱਸੇ ਚ ਕਹਿੰਦਾ ਤੂੰ ਉਹਨਾਂ ਦੀਆਂ ਲੱਤਾਂ ਤੋੜ ਦੇ, ਤੂੰ ਉਹਨਾਂ ਦੇ ਤੂੰ ਉਹਨਾਂ ਨੂੰ ਮੰਜੇ ਤੇ ਪਾ ਦੇ। ਦਾਊਦ ਬਥੇਰਾ ਕੁਛ ਕਹਿੰਦਾ ਹੈ, ਪਰ ਪ੍ਰਭੂ ਏਦਾਂ ਦੇ ਕੰਮ ਨਹੀਂ ਕਰਦਾ। ਬੰਦਾ ਆਪ ਹੀ ਕਾਫੀ, ਆਪ ਹੀ ਕਾਫੀ। ਸੋ ਅਸੀਂ ਪ੍ਰਭੂ ਦੇ ਵਚਨ ਚ ਦੇਖਦੇ ਪਏ ਹਾਂ, ਔਰ ਜਿਹੜੀ ਅਗਲੀ ਚੀਜ਼ ਦੇਖਦੇ ਪਏ ਹਾਂ, ਕਿਉਂਕਿ ਉਸਨੇ ਕਿਹਾ ਸੀ ਆਪਣੇ ਜਿਸ ਵੇਲੇ ਅਲਾਇਜਾ ਜਿਸ ਵੇਲੇ ਅੱਗ ਦੇ ਰੱਥ ਤੇ ਉਠਾਇਆ ਗਿਆ, ਤੇ ਉਸ ਵੇਲੇ ਉਸਨੇ ਉਸ ਤੋਂ ਪਹਿਲਾਂ ਇੱਕ ਬਰਕਤ ਮੰਗੀ ਸੀ ਕਿ ਪ੍ਰਭੂ ਮੈਨੂੰ ਤੇਰੇ ਤੋਂ ਦੁੱਗਣੀ ਬਰਕਤ ਹੈ। ਉਸਨੇ ਕਿਹਾ ਠੀਕ ਹੈ, ਜੇ ਤੂੰ ਮੈਨੂੰ ਜਾਂਦਾ ਦੇਖੇਗਾ ਤਾਂ ਤੈਨੂੰ ਜ਼ਰੂਰ ਮਿਲੇ। ਸੋ ਜਿਸ ਲਈ ਉਠਾਇਆ ਗਿਆ, ਅਲੀਸ਼ਾ ਨੇ ਉਸਨੂੰ ਜਾਂਦਾ ਦੇਖਿਆ। ਅਲੀਸ਼ਾ ਔਰ ਉਸਦਾ ਜਿਹੜਾ ਉਸਦਾ ਪ੍ਰੇਅਰ ਸ਼ਾਲ ਸੀ, ਉਹ ਉੱਡ ਕੇ ਆ ਕੇ ਅਲੀਸ਼ਾ ਦੇ ਲਾਗੇ ਡਿੱਗ ਗਿਆ। ਸੋ ਅਲੀਸ਼ਾ ਨੇ ਉਸਦਾ ਪ੍ਰੇਅਰ ਸ਼ਾਲ ਲੈ ਲਿਆ। ਉਸ ਤੋਂ ਬਾਅਦ ਅਸੀਂ ਦੇਖਦੇ ਪਏ ਹਾਂ ਕਿ ਅਲੀਸ਼ਾ ਨੇ ਪਾਣੀ ਨੂੰ ਖੋਲਿਆ, ਜਿੱਦਾਂ ਉਸਨੇ ਕਿਹਾ ਸੀਗਾ ਉਸੇ ਤਰ੍ਹਾਂ ਉਸਨੇ ਪਾਣੀ ਦੇ ਉੱਤੇ ਉਹ ਛਾਲ ਮਾਰਿਆ, ਜਿਹੜਾ ਜਰਦਨ ਦਾ ਪਾਣੀ ਨੇ ਉਸਨੂੰ ਰਸਤਾ ਦਿੱਤਾ। ਔਰ ਅਲੀਸ਼ਾ ਨੇ ਇੱਕ ਨੂੰ ਜਿਉਂਦਾ ਕੀਤਾ ਸੀ, ਇਹਨੇ ਦੋਵਾਂ ਨੂੰ ਜਿਉਂਦਾ ਕੀਤਾ। ਇੱਕ ਮਿਰੇਕਲ ਰਹਿ ਗਿਆ ਸੀ ਮਰਨ ਤੋਂ ਪਹਿਲਾਂ, ਉਹ ਮਰਨ ਤੋਂ ਬਾਅਦ ਪੂਰਾ ਕਰ ਦਿੱਤਾ। ਸੋ ਪ੍ਰਭੂ ਨੇ ਜਿੱਦਾਂ ਦੋਹਰਾ ਕੰਮ ਉਹ ਤੋਂ ਲੈਣ ਦੇ ਲਈ ਕਿਹਾ ਸੀ, ਉਦਾਂ ਉਸਨੂੰ ਦੋਹਰਾ ਦਿੱਤਾ। ਇਹ ਹੈ ਪ੍ਰਭੂ ਦੀਆਂ ਬਰਕਤਾਂ, ਇਹ ਬਰਕਤਾਂ ਉਹ ਦਿੰਦਾ, ਏਦਾਂ ਦੀਆਂ ਬਰਕਤਾਂ ਕਿ ਉਹ ਉਸਦਾ ਜਿੱਥੇ ਉਸਨੂੰ ਦਫਨਾਇਆ ਗਿਆ ਸੀ ਔਰ ਉਧਰੋਂ ਹਮਲਾ ਹੋ ਗਿਆ, ਔਰ ਡਰਦੇ ਹੋਏ, ਔਰ ਮੁਆਬੀ ਵੀ ਹਮਲਾ ਕਰਦੇ ਪਏ। ਇੱਥੇ ਅਸੀਂ ਇਹ ਦੇਖਦੇ ਪਏ ਹਾਂ ਕਿ ਮੁਆਬੀ ਵੀ ਹਮਲਾ ਕਰਦੇ ਪਏ। ਇਜ਼ਰਾਈਲ ਤੇ ਹਮਲਾ ਜਿਹੜਾ ਹੁੰਦਾ ਪਿਆ, ਉਹ ਦੋਹਰਾ ਹਮਲਾ ਹੁੰਦਾ ਪਿਆ, ਇੱਕ ਪਾਸਿਓਂ ਨਹੀਂ ਹੁੰਦਾ ਪਿਆ, ਦੋ ਪਾਸਿਓਂ ਉਹਨਾਂ ਦੇ ਉੱਤੇ ਹਮਲਾ ਹੁੰਦਾ ਪਿਆ। ਇਧਰਲੇ ਪਾਸਿਓਂ ਮੁਆਬੀ ਹਮਲਾ ਕਰਦੇ ਪਏ ਇਜ਼ਰਾਈਲ ਦੇ ਉੱਤੇ, ਔਰ ਇਧਰਲੇ ਪਾਸਿਓਂ ਅਰਾਮੀ ਹਮਲਾ ਕਰਦੇ ਪਏ। ਲੇਕਿਨ ਆਹ ਸਾਰਾ ਇਲਾਕਾ, ਜਿੱਦਾਂ ਅਸੀਂ ਪਹਿਲਾਂ ਦੇਖਿਆ ਸੀ, ਆਹ ਸਾਰਾ ਇਲਾਕਾ ਜਾਂਦਾ ਰਿਹਾ ਸੀ। ਲੇਕਿਨ ਹੁਣ ਪ੍ਰਭੂ ਨੇ ਕਿਰਪਾ ਕੀਤੀ ਹੈ, ਪ੍ਰਭੂ ਨੇ ਆਪਣੀ ਦਇਆ ਕੀਤੀ ਹੈ। ਜਿਸ ਤਰ੍ਹਾਂ ਅਲੀਸ਼ਾ ਨੇ ਕਿਹਾ ਸੀ, ਉਹਨਾਂ ਨੇ ਆਪਣਾ ਸਾਰਾ ਆਹ ਇਲਾਕਾ ਵਾਪਸ ਲੈ ਲਿਆ। ਇਜ਼ਰਾਈਲ, ਤੁਸੀਂ ਇਹ ਕਹਿ ਸਕਦੇ ਆ ਕਿ ਮੁੜ ਕੇ ਫੇਰ ਆਲਮੋਸਟ ਫੁੱਲ ਸਟਰੈਂਥ ਤੇ ਮੁੜ ਕੇ ਆ ਚੁੱਕਾ। ਲੇਕਿਨ ਉਹਨਾਂ ਨੇ ਜਿਹੜਾ ਕੰਮ ਬੰਦ ਨਹੀਂ ਕੀਤਾ, ਉਹਨਾਂ ਨੇ ਜਿਹੜਾ ਇੱਥੇ ਬਥੈਲ ਦੇ ਵਿੱਚ ਇੱਕ ਬੁੱਤ ਬਣਾ ਕੇ ਰੱਖਿਆ, ਇੱਕ ਇਧਰਲੇ ਪਾਸੇ ਦਾਨ ਦੇ ਕਬੀਲੇ 'ਚ ਬਣਾ ਕੇ ਰੱਖਿਆ, ਉਹਨਾਂ ਨੇ ਉਹ ਪੂਜਣਾ ਫੇਰ ਵੀ ਨਹੀਂ ਛੱਡਿਆ। ਸੋ ਇਹ ਸਾਰਾ ਅਸੀਂ ਇਲਾਕਾ ਦੇਖਦੇ ਪਏ ਹਾਂ, ਜਿਹੜਾ ਵਾਪਸ ਇਜ਼ਰਾਈਲ ਦੇ ਕੋਲ ਆ ਗਿਆ। ਲੇਕਿਨ ਇਧਰਲੇ ਪਾਸਿਓਂ ਅਸੀਂ ਦੇਖਦੇ ਪਏ ਕਿ ਮੁਆਬੀ ਹਮਲਾ ਕਰਦੇ ਪਏ ਸੀਗੇ, ਤੇ ਇਧਰਲੇ ਪਾਸਿਓਂ ਜਿਹੜੇ ਅਰਾਮੀ ਹਮਲਾ ਕਰਦੇ ਪਏ ਸੀ। ਇਹ ਪ੍ਰਭੂ ਦਾ ਵਚਨ ਸਾਨੂੰ ਦੱਸਦਾ। ਆਓ ਇਸ ਨੂੰ ਅੱਗੇ ਦੇਖੀਏ। ਸੋ ਅਸੀਂ ਇਹ ਦੇਖਦੇ ਪਏ ਹਾਂ ਕਿ ਬਨ-ਹਦਦ ਇੱਕ ਪਹਿਲਾਂ ਵੀ ਹੋਇਆ, ਬਨ-ਹਦਦ ਅਰਾਮ ਹੁਣ ਦੂਜਾ ਆਇਆ। ਸੋ ਉਸਨੇ ਆਪਣੇ ਮੁੰਡੇ ਦਾ ਨਾਂ ਬਨ-ਹਦਦ ਰੱਖਿਆ, ਜੋ ਉਸਦੇ ਮਾਲਕ ਰਾਜਾ ਦਾ ਨਾਂ ਸੀ। ਉਸਨੇ ਆਪਣੇ ਬੇਟੇ ਦਾ ਨਾਂ ਵੀ ਉਹੀ ਰੱਖਿਆ, ਬਨ-ਹਦਦ, ਉਹਦੇ ਨਾਂ ਦੇ ਪਿੱਛੇ, ਜਦ ਕਿ ਮਾਰਿਆ ਉਹਨੂੰ ਆਪ। ਸੋ ਇਹ ਨਾ ਹੁਣ ਮਿਕਸ ਨਾ ਹੋ ਜਾਵੇ ਕਿ ਇਹ ਬਨ-ਹਦਦ ਫਿਰ ਆ ਗਿਆ। ਇਹ ਬਨ-ਹਦਦ ਉਸਨੇ ਨਾਮ ਰੱਖਿਆ। ਸੋ ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਨਾਮਾਂ ਤੇ ਨਾਂ ਹੀ ਰੱਖੇ ਜਾਂਦੇ ਆ, ਸੋ ਇਹ ਨਾਮ ਉਸਨੇ ਰੱਖਿਆ। ਸੋ ਅਸੀਂ ਬੇਸਿਕਲੀ 809 ਦੇ ਲਾਗੇ ਛਾਗੇ ਪਹੁੰਚ ਚੁੱਕੇ ਹਾਂ। ਪ੍ਰਭੂ ਯਿਸੂ ਮਸੀਹ ਦੇ ਆਉਣ ਤੋਂ ਪਹਿਲਾਂ 809 ਸਾਲ ਅਸੀਂ ਪਹੁੰਚ ਚੁੱਕੇ ਹਾਂ। ਕਿੱਥੇ ਅਸੀਂ ਆ ਗਏ ਜੀ
14 ਚੈਪਟਰ ਦੇ ਵਿੱਚ ਇਹਦੀ ਅਸੀਂ ਅੱਜ ਪੜਾਂਗੇ ਸਿਰਫ ਜਾਂ ਇਸ ਦੀਆਂ ਅੱਜ ਅਸੀਂ ਪਹਿਲੀਆਂ 16 ਆਇਤਾਂ ਪੜਾਂਗੇ। ਅੱਜ ਮੈਂ ਪੜ੍ਹ ਦੂੰਗਾ brother ਜੀ। ਜੀ ਮੇਰੀ ਭੈਣ। ਰਾਜਾ ਯਹੋਆਹਾਜ਼ ਦੇ ਪੁੱਤਰ ਇਜ਼ਰਾਇਲ ਦੇ ਰਾਜਾ ਯਹੋਆਸ਼ ਦੇ ਰਾਜਕਾਲ ਦੇ ਦੂਜੇ ਸਾਲ ਵਿੱਚ ਰਾਜਾ ਜੋਆਸ਼ ਦਾ ਪੁੱਤਰ ਅਮੱਸਿਆ ਯਹੂਦਾ ਦਾ ਰਾਜਾ ਬਣਿਆ। ਅਮੱਸਿਆ ਦੀ ਰਾਜਗੱਦੀ ਉੱਤੇ ਬੈਠਣ ਸਮੇਂ 25 ਸਾਲ ਉਮਰ ਸੀ ਅਤੇ ਉਸ ਨੇ ਯਰੂਸ਼ਲਮ ਵਿੱਚ 29 ਸਾਲ ਤੱਕ ਰਾਜ ਕੀਤਾ। ਉਸ ਦੀ ਮਾਂ ਦਾ ਨਾਂ ਯਹੋਅਦੀਨ ਸੀ ਅਤੇ ਉਹ ਯਰੂਸ਼ਲਮ ਦੀ ਰਹਿਣ ਵਾਲੀ ਸੀ, ਪਰ ਫਿਰ ਵੀ ਉਹ ਆਪਣੇ ਪੁਰਖੇ ਦਾਊਦ ਵਰਗਾ ਨਹੀਂ ਸੀ। ਪਰ ਇਹ ਸਭ ਹੋਣ ਤੇ ਵੀ ਉਸਨੇ ਪਰਾਏ ਦੇਵਤਿਆਂ ਦੇ ਪੂਜਾ ਸਥਾਨ ਖਤਮ ਨਹੀਂ ਕੀਤੇ ਸਨ, ਇਸ ਲਈ ਲੋਕ ਉਹਨਾਂ ਉੱਤੇ ਬਲੀਆਂ ਚੜਾਉਂਦੇ ਅਤੇ ਧੂਪ ਦਿਖਾਉਂਦੇ ਸਨ। ਫਿਰ ਜਦੋਂ ਰਾਜਾ ਅਮੱਸਿਆ ਨੇ ਯਹੂਦਾ ਦੇ ਰਾਜਗੱਦੀ ਉੱਤੇ ਪੂਰੀ ਤਰ੍ਹਾਂ ਨਾਲ ਅਧਿਕਾਰ ਕਰ ਲਿਆ, ਤਾਂ ਉਸਨੇ ਆਪਣੇ ਉਹਨਾਂ ਸਭ ਅਧਿਕਾਰੀਆਂ ਨੂੰ ਕਤਲ ਕਰ ਦਿੱਤਾ ਜਿਨ੍ਹਾਂ ਨੇ ਉਸ ਦੇ ਪਿਤਾ ਨੂੰ ਕਤਲ ਕੀਤਾ ਸੀ। ਪਰ ਉਸਨੇ ਉਹਨਾਂ ਅਧਿਕਾਰੀਆਂ ਦੀ ਸੰਤਾਨ ਨੂੰ ਖਤਮ ਨਾ ਕੀਤਾ, ਕਿਉਂਕਿ ਮੂਸਾ ਦੁਆਰਾ ਪ੍ਰਭੂ ਦੀ ਮਿਲੀ ਵਿਵਸਥਾ ਵਿੱਚ ਲਿਖਿਆ ਸੀ, ਮਾਪੇ ਸੰਤਾਨ ਦੇ ਅਪਰਾਧਾਂ ਕਾਰਨ ਮਾਰੇ ਨਾ ਜਾਣ ਅਤੇ ਨਾ ਹੀ ਸੰਤਾਨ ਮਾਪਿਆਂ ਦੇ ਅਪਰਾਧਾਂ ਕਾਰਨ ਮਾਰੀ ਜਾਵੇ। ਕੇਵਲ ਜਿਸ ਮਨੁੱਖ ਦਾ ਅਪਰਾਧ ਹੋਵੇ ਉਹੀ ਮਾਰਿਆ ਜਾਵੇ। ਰਾਜਾ ਅਮੱਸਿਆ ਨੇ ਲੂਣ ਦੀ ਵਾਦੀ ਵਿੱਚ 10,000 ਅਦੋਮੀ ਮਾਰੇ ਅਤੇ ਹੱਲਾ ਕਰਕੇ ਉਹਨਾਂ ਦੇ ਨਗਰ ਸਲਾ ਉੱਤੇ ਕਬਜ਼ਾ ਕਰ ਲਿਆ। ਉਸਨੇ ਸਲਾ ਦਾ ਨਾਂ ਬਦਲ ਕੇ ਜਾਕਤੇਲ ਰੱਖਿਆ, ਜੋ ਅੱਜ ਤੱਕ ਹੈ। ਫਿਰ ਰਾਜਾ ਅਮੱਸਿਆ ਨੇ ਇਜ਼ਰਾਇਲ ਦੇ ਰਾਜਾ ਯਹੋਆਸ਼ ਕੋਲ ਇਹ ਸੰਦੇਸ਼ ਘੱਲਿਆ ਕਿ ਉਹ ਉਸ ਨਾਲ ਮੈਦਾਨ ਵਿੱਚ ਆਮਣੋ ਸਾਹਮਣੇ ਲੜੇ। ਯਹੋਆਸ਼ ਦੇ ਪਿਤਾ ਦਾ ਨਾਂ ਯਹੋਆਹਾਜ਼ ਸੀ ਅਤੇ ਦਾਦੇ ਦਾ ਨਾਂ ਜੇਹੂ ਸੀ। ਪਰ ਰਾਜਾ ਯਹੋਆਸ਼ ਨੇ ਯਹੂਦਾ ਦੇ ਰਾਜਾ ਅਮੱਸਿਆ ਕੋਲ ਇਹ ਉੱਤਰ ਘੱਲਿਆ। ਇੱਕ ਵਾਰ ਲਵਾਨੋਨ ਜੰਗਲ ਦੇ ਇੱਕ ਕੰਡਿਆਲੇ ਨੇ ਬਲਾਨੌਨ ਦੇ ਦਿਆਰ ਕੋਲ ਇਹ ਸੰਦੇਸ਼ ਘੱਲਿਆ, ਤੂੰ ਆਪਣੀ ਧੀ ਦਾ ਵਿਆਹ ਮੇਰੇ ਪੁੱਤਰ ਨਾਲ ਕਰ ਦੇ। ਪਰ ਇੱਕ ਜੰਗਲੀ ਜਾਨਵਰ ਕੰਡਿਆਲੇ ਦੇ ਉੱਤੋਂ ਦੀ ਲੰਘ ਗਿਆ ਅਤੇ ਉਹ ਉਸ ਦੇ ਹੇਠ ਮਿਧਿਆ ਗਿਆ। ਇਸ ਲਈ ਅਮੱਸਿਆ ਮੇਰੀ ਤੇਰੇ ਲਈ ਇਹ ਸਲਾਹ ਹੈ। ਇਹ ਠੀਕ ਹੈ ਕਿ ਤੂੰ ਅਦੋਮ ਉੱਤੇ ਜਿੱਤ ਪ੍ਰਾਪਤ ਕਰ ਲਈ ਹੈ ਅਤੇ ਹੁਣ ਤੂੰ ਹੰਕਾਰ ਨਾਲ ਭਰਿਆ ਪਿਆ ਹੈ। ਤੂੰ ਇਸ ਆਪਣੀ ਪ੍ਰਸਿੱਧੀ ਨਾਲ ਆਪਣੇ ਘਰ ਆਰਾਮ ਨਾਲ ਬੈਠ। ਤੂੰ ਕਿਉਂ ਆਪਣੇ ਅਤੇ ਆਪਣੇ ਲੋਕਾਂ ਲਈ ਬਿਪਤਾ ਮੁੱਲ ਲੈ ਰਿਹਾ ਹੈ? ਪਰ ਰਾਜਾ ਅਮੱਸਿਆ ਨੇ ਇਜ਼ਰਾਇਲ ਦੇ ਰਾਜਾ ਯਹੋਆਸ਼ ਦੀ ਸਲਾਹ ਨਾ ਮੰਨੀ, ਸੋ ਯਹੋਆਸ਼ ਨੇ ਯਹੂਦਾ ਦੇ ਰਾਜਾ ਅਮੱਸਿਆ ਉੱਤੇ ਆਪਣੀ ਸੈਨਾ ਨਾਲ ਚੜ੍ਹਾਈ ਕਰ ਦਿੱਤੀ। ਤਦ ਦੋਵਾਂ ਰਾਜਿਆਂ ਨੇ ਬੈਤ ਸ਼ਮਸ਼ ਦੀ ਥਾਂ ਉੱਤੇ ਯੁੱਧ ਵਿੱਚ ਆਮਣੋ ਸਾਹਮਣਾ ਹੋਇਆ। ਇਸ ਯੁੱਧ ਵਿੱਚ ਰਾਜਾ ਅਮੱਸਿਆ ਦੀ ਸੈਨਾ ਹਾਰ ਗਈ ਅਤੇ ਉਸ ਦੇ ਆਦਮੀ ਯੁੱਧ ਦੇ ਮੈਦਾਨ ਵਿੱਚੋਂ ਨੱਠ ਗਏ। ਪਰ ਰਾਜਾ ਯਹੋਆਸ਼ ਨੇ ਯਹੂਦਾ ਦੇ ਰਾਜਾ ਅਮੱਸਿਆ ਨੂੰ ਬੰਦੀ ਬਣਾ ਲਿਆ ਅਤੇ ਉਹ ਯਰੂਸ਼ਲਮ ਦੇ ਅੰਦਰ ਵੜ ਗਿਆ। ਯਹੋਆਸ਼ ਨੇ ਯਰੂਸ਼ਲਮ ਦੀ ਬਾਹਰੀ ਦੀਵਾਰ ਇਫਰਾਈਮ ਦੇ ਫਾਟਕ ਤੋਂ ਲੈ ਕੇ ਨੁੱਕਰ ਵਾਲੇ ਫਾਟਕ ਅਰਥਾਤ ਕੋਈ 200 ਗਜ ਢਾਹ ਸੁੱਟੀ। ਉਸ ਨੇ ਪ੍ਰਭੂ ਦੇ ਮੰਦਰ ਅਤੇ ਮਹਿਲ ਦੇ ਖਜ਼ਾਨਿਆਂ ਵਿੱਚੋਂ ਜੋ ਵੀ ਸੋਨਾ, ਚਾਂਦੀ ਅਤੇ ਭਾਂਡੇ ਮਿਲੇ ਸਭ ਲੁੱਟ ਲਏ ਅਤੇ ਇਸ ਲੁੱਟ ਦੇ ਮਾਲ ਅਤੇ ਕੁਝ ਬੰਦੀ ਆਦਮੀਆਂ ਨਾਲ ਵਾਪਸ ਸਮਰੀਆ ਨੂੰ ਚਲਾ ਗਿਆ। ਰਾਜਾ ਯਹੋਆਸ਼ ਨੇ ਦੇ ਬਾਕੀ ਦੇ ਸਭ ਬਹਾਦਰੀ ਦੇ ਕੀਤੇ ਕੰਮਾਂ ਅਤੇ ਉਸ ਦੇ ਯਹੂਦਾ ਦੇ ਰਾਜ ਅਮੱਸਿਆ ਦੇ ਨਾਲ ਲੜੇ ਯੁੱਧ ਦਾ ਲੇਖਾ ਇਜ਼ਰਾਇਲ ਦੇ ਰਾਜਿਆਂ ਦੇ ਇਤਿਹਾਸ ਦੀ ਪੋਥੀ ਵਿੱਚ ਮਿਲਦਾ ਹੈ। ਤਦ ਯਹੋਆਸ਼ ਮਰ ਗਿਆ ਅਤੇ ਸਮਰੀਆ ਵਿੱਚ ਰਾਜ ਘਰਾਣੇ ਦੀ ਕਬਰ ਵਿੱਚ ਦਫਨਾਇਆ ਗਿਆ। ਉਸ ਦੀ ਥਾਂ ਉਸ ਦਾ ਪੁੱਤਰ ਯਾਰਾਬੁਆਮ ਦੂਜਾ ਇਜ਼ਰਾਇਲ ਦਾ ਰਾਜਾ ਬਣਿਆ। ਅੱਛਾ, ਕੱਲ ਨੂੰ ਆਪਾਂ ਇਸ ਨੂੰ ਖੋਲ ਕੇ ਦੇਖਾਂਗੇ। ਇਹਦੇ ਵਿੱਚ 2-3 ਚੀਜ਼ਾਂ ਐਸੀਆਂ ਆ ਜਿਹੜੀਆਂ ਦੇਖਣ ਵਾਲੀਆਂ ਹੈ, ਕਿਉਂਕਿ ਅਸੀਂ ਦੇਖਦੇ ਪਏ ਹਾਂ ਕਿ ਆਹਾਬ ਔਰ ਉਸਦੇ ਖਾਨਦਾਨ ਨੂੰ ਪ੍ਰਭੂ ਨੇ ਉਧਰਲੇ ਪਾਸਿਓਂ ਸਾਰੇ ਮਰਵਾ ਦਿੱਤੇ। ਈਵਨ ਦੋ ਕਿ ਉਸਦੀ ਜਿਹੜੀ ਧੀ ਥੱਲਿਆ ਸੀ, ਜਿਹੜੀ ਇੱਧਰਲੇ ਪਾਸੇ ਰਾਣੀ ਬਣੀ ਸੀ, ਉਸਨੂੰ ਵੀ ਉਸਨੇ ਮਰਵਾ ਦਿੱਤਾ। ਔਰ ਇੱਧਰਲੇ ਪਾਸੇ ਅਸੀਂ ਇਹ ਦੇਖਦੇ ਪਏ ਹਾਂ ਕਿ ਇਸ ਵੇਲੇ ਜਿਹੜਾ ਇਜ਼ਰਾਈਲ ਦਾ ਦੂਜੇ ਪਾਸੇ ਇਜ਼ਰਾਈਲ ਦਾ ਰਾਜਾ ਆ, ਉਹ ਉਸਨੂੰ ਪ੍ਰਭੂ ਜਿੱਤਾਂ ਦੇ ਰਿਹਾ, ਲੇਕਿਨ ਪ੍ਰਭੂ ਨੇ ਉਸਨੂੰ ਇਸ ਵੇਲੇ ਯਹੂਦਾ ਦੇ ਉੱਤੇ ਵੀ ਜਿੱਤ ਦਿੱਤੀ ਹੈ। ਔਰ ਉਹ ਵੀ ਅਸੀਂ ਦੇਖਦੇ ਕਿਸ ਤਰ੍ਹਾਂ ਉਸਨੇ ਪ੍ਰਭੂ ਦੇ ਮੰਦਰ ਨੂੰ ਭ੍ਰਸ਼ਟ ਕੀਤਾ।
ਔਰ ਪ੍ਰਭੂ ਦੇ ਮੰਦਰ ਨੂੰ ਉਸਦੇ ਵਿੱਚ ਉਸਨੇ ਲੁੱਟ ਖਸੁੱਟ ਕੀਤੀ ਆ। ਇਹ ਸਾਰੀਆਂ ਚੀਜ਼ਾਂ ਨੂੰ ਅਸੀਂ ਕੱਲ ਨੂੰ ਖੋਲ ਕੇ ਦੇਖਾਂਗੇ, ਕਿਉਂਕਿ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਹਨਾਂ ਨੂੰ ਅਸੀਂ ਪਿੱਛੇ ਨਹੀਂ ਛੱਡ ਸਕਦੇ। ਇਹ ਇੱਥੇ ਜੋ ਕੁਛ ਉਹ ਕਰਦਾ ਪਿਆ ਇਸ ਵੇਲੇ ਹੰਕਾਰ ਦੇ ਵਿੱਚ ਕਰਦਾ। ਬੇਸਿਕਲੀ ਜਿਹੜਾ ਇਜ਼ਰਾਈਲ ਦਾ ਰਾਜਾ ਇਸ ਵੇਲੇ ਅਹੰਕਾਰ ਦੇ ਵਿੱਚ ਆ ਗਿਆ, ਔਰ ਅਸੀਂ ਇਹ ਵੀ ਦੇਖਦੇ ਪਏ ਹਾਂ ਕਿ ਇਹ ਕਿਉਂ ਹੋ ਲੈਣ ਦਿੱਤਾ ਪ੍ਰਭੂ ਨੇ। ਸਾਡੇ ਕੋਲ ਥੋੜੇ ਜਿਹੇ ਮਿੰਟ ਹੈਗੇ ਆ, ਇਹ ਪ੍ਰਭੂ ਨੇ ਕਿਉਂ ਹੋ ਲੈਣ ਦਿੱਤਾ? ਕਿਉਂਕਿ ਉਸਨੇ ਉਹ ਜਿਹੜੇ ਪਰਾਏ ਦੇਵਤਿਆਂ ਦੀ ਪੂਜਾ ਹੁੰਦੀ ਸੀ, ਜਿੱਥੇ ਉਹ ਜਾ ਕੇ ਬਲੀਆਂ ਚੜਾਉਂਦੇ ਸੀ, ਉਹ ਖਤਮ ਨਹੀਂ ਕੀਤੇ। ਉਸਦੇ ਕੋਲ ਪੂਰਾ ਯੋਆਸ ਨੇ ਕਿੰਨਾ ਪ੍ਰਭੂ ਦਾ ਕੰਮ ਕੀਤਾ ਸੀ, ਲੇਕਿਨ ਉਸਨੇ ਉਹ ਚੀਜ਼ਾਂ ਨੂੰ ਪੂਰੀਆਂ ਨਹੀਂ ਕੀਤਾ ਜਿਹੜਾ ਉਸਨੂੰ ਪੂਰੀਆਂ ਕਰਨੀਆਂ ਚਾਹੀਦੀਆਂ ਸੀ, ਔਰ ਇਸ ਕਰਕੇ ਉਸਦੇ ਉੱਤੇ ਇਹ ਭਾਰਾ, ਪ੍ਰਭੂ ਦਾ ਹੱਥ ਭਾਰਾ ਆਇਆ। ਲੇਕਿਨ ਦੂਸਰੇ ਪਾਸੇ ਇਜ਼ਰਾਈਲ ਦੇ ਰਾਜੇ ਨੇ ਈਵਨ ਅਦੋਮ ਦੇ ਉੱਤੇ ਵੀ ਉਸਨੇ ਕਬਜ਼ਾ ਕਰ ਲਿਆ। ਅਦੋਮ ਦਾ ਜਿਹੜਾ ਇਲਾਕਾ ਸੀਗਾ, ਯਾਨੀ ਕਿ ਉਸਨੇ ਬੇਸਿਕਲੀ ਸਾਰੇ ਪਾਸਿਓਂ ਘੇਰਾ ਪਾਇਆ ਇਸ ਵੇਲੇ। ਸੋ ਇਧਰਲੇ ਪਾਸੇ ਆਹ ਅਸੀਂ ਇਜ਼ਰਾਈਲ ਦੇ ਨਾਲ ਦੇਖਦੇ ਪਏ ਹਾਂ। ਸੋ ਇਧਰਲੇ ਪਾਸਿਓਂ ਉਹ ਮੁਆਬ ਥਾਣੀ ਹੁੰਦਾ ਹੋਇਆ ਇਸ ਝੀਲ ਦੇ ਜਿਹੜੀ ਹੈਗੀ ਝੀਲ ਦੇ ਨਾਲ ਦੀ ਹੁੰਦਾ ਹੋਇਆ ਉਸਨੇ ਅਦੋਮ ਤੇ ਕਬਜ਼ਾ ਕਰ ਲਿਆ। ਹੁਣ ਉਹਦੀ ਸੈਨਾ ਇਧਰਲੇ ਪਾਸੇ ਵੀ, ਇਜ਼ਰਾਈਲੀ ਰਾਜੇ ਦੀ ਜਿਹੜੀ ਸੈਨਾ ਉਹ ਇਧਰਲੇ ਪਾਸੇ ਵੀ ਹੈ, ਰਾਈਟ, ਤੇ ਦੂਸਰੇ ਪਾਸੇ ਉਸਦੀ ਜਿਹੜੀ ਸੈਨਾ ਆ ਉਹ ਇਧਰਲੇ ਪਾਸੇ ਵੀ ਹੈ, ਠੀਕ ਆ। ਸੋ ਉਸਨੇ ਅਦੋਮ ਤੇ ਵੀ ਜਿੱਤ ਪ੍ਰਾਪਤ ਕੀਤੀ ਹੈ, ਉਸਨੇ ਇਧਰਲੇ ਵੀ ਪਾਸੇ ਵੀ ਜਿੱਤ ਪ੍ਰਾਪਤ ਕੀਤੀ ਹੈ। ਹੁਣ ਉਹ ਹਮਲਾ ਕਰਨਾ ਮੰਗਦਾ ਹੈਗਾ ਇਜ਼ਰਾਈਲ ਦੇ ਉੱਤੇ, ਔਰ ਜਿਹੜਾ ਉਸਨੇ ਗਲਤ ਕੰਮ ਕੀਤਾ ਉਹ ਇੱਕੋ ਹੀ ਗਲਤ ਕੰਮ ਕੀਤਾ, ਕਿਉਂਕਿ ਜਿਹੜਾ ਉਸਨੇ ਮੰਦਿਰ ਦੇ ਵਿੱਚ ਲੁੱਟ ਖਸੁੱਟ ਕੀਤੀ ਹੈ, ਮੰਦਿਰ ਦੇ ਵਿੱਚੋਂ ਉਸਨੇ ਲੁੱਟਿਆ ਤੇ ਸੋਨਾ ਚਾਂਦੀ ਕੱਢ ਕੇ ਉੱਥੋਂ ਲੈ ਗਿਆ, ਔਰ ਫਿਰ ਉਸਨੇ ਰਾਜਾ ਨੂੰ ਬੰਦੀ ਬਣਾ ਲਿਆ, ਬਾਕੀਆਂ ਨੂੰ ਬੰਦੀ ਬਣਾ ਕੇ ਉਹ ਨਾਲ ਲੈ ਗਿਆ। ਔਰ ਇਸ ਚੀਜ਼ ਨੂੰ ਦੇਖਦਿਆਂ ਹੋਇਆਂ ਪ੍ਰਭੂ ਨੇ ਉਸ ਨੂੰ ਸਜ਼ਾ ਦੇਣੀ ਹੈ। ਇਹ ਚੀਜ਼ ਅਸੀਂ ਪ੍ਰਭੂ ਦੇ ਵਚਨ ਦੇ ਵਿੱਚੋਂ ਦੇਖਦੇ ਪਏ। ਸੋ ਆਓ ਦੁਆ ਕਰੀਏ, ਆਪਣੇ ਆਪ ਨੂੰ ਪ੍ਰਭੂ ਦੇ ਹੱਥਾਂ ਦੇ ਵਿੱਚ ਦਈਏ, ਔਰ ਕੱਲ ਨੂੰ ਫਿਰ ਮਿਲਾਂਗੇ। ਕੱਲ ਨੂੰ ਆਪਾਂ ਥੋੜੀਆਂ ਜਿਹੀਆਂ ਜਿਹੜੀਆਂ ਚੀਜ਼ਾਂ ਵਿੱਚ ਆਈਆਂ ਇਹਨਾਂ ਨੂੰ ਧਿਆਨ ਦੇ ਨਾਲ ਦੇਖਾਂਗੇ ਵਚਨ ਦੇ ਵਿੱਚ। ਪਿਆਰੇ ਪ੍ਰਭੂ, ਤੇਰਾ ਬਹੁਤ ਸ਼ੁਕਰ ਕਰਦੇ ਹਾਂ ਤੂੰ ਸਾਨੂੰ ਸਾਡੇ ਉੱਤੇ ਕਿਰਪਾ ਕੀਤੀ ਹੈ ਕਿ ਅਸੀਂ ਇਹ ਸਮਾਂ ਤੇਰੇ ਚ ਬਚਾ ਸਕਦੇ। ਇਸ ਵਚਨ ਦੇ ਵਿੱਚੋਂ ਸਾਨੂੰ ਬਹੁਤ ਕੁਝ ਪ੍ਰਭੂ ਜੀ ਸਿੱਖਣ ਨੂੰ ਮਿਲਦਾ, ਦੇਖਣ ਨੂੰ ਮਿਲਦਾ, ਔਰ ਇਹ ਵੀ ਦੇਖਣ ਨੂੰ ਮਿਲਦਾ ਕਿ ਤੇਰਿਆਂ ਲੋਕਾਂ ਤੇ ਵੀ ਭਾਰੇ ਦਿਨ ਆਉਂਦੇ ਆ, ਪਰ ਕਿਸ ਤਰ੍ਹਾਂ ਖੁਦਾਵੰਦ ਤੂੰ ਆਪਣੇ ਚੁਣਿਆ ਹੋਇਆਂ ਨੂੰ ਸੰਭਾਲਦਾ। ਜੇ ਤੂੰ ਇਜ਼ਰਾਈਲ ਨੂੰ ਇਸ ਤਰ੍ਹਾਂ ਸੰਭਾਲਦਾ ਸੀ ਖੁਦਾਵੰਦ, ਔਰ ਤੇਰੀ ਜੋ ਅਬਰਾਹਮ ਦੀ ਸੰਤਾਨ ਸੀ, ਅਸੀਂ ਤਾਂ ਪ੍ਰਭੂ ਜੀ ਤੇਰੀ ਸੰਤਾਨ ਕਹਾਉਨੇ, ਯਿਸੂ ਮਸੀਹ ਦੇ ਵਿੱਚ ਤੇਰੀ ਸੰਤਾਨ ਕਹਾਉਨੇ। ਇਹ ਤਾਂ ਵਾਅਦੇ ਦੀ ਸੰਤਾਨ ਸੀ, ਅਸੀਂ ਯਿਸੂ ਚ ਤੇਰੀ ਸੰਤਾਨ ਕਹਾਉਨੇ। ਪਿਆਰੇ ਪ੍ਰਭੂ, ਇਸੇ ਤਰ੍ਹਾਂ ਤੂੰ ਸਾਡੇ ਨਾਲ ਵੀ ਵਫਾਦਾਰ ਰਹਿ, ਔਰ ਅਸੀਂ ਵੀ ਤੇਰੇ ਨਾਲ ਵਫਾਦਾਰ। ਪ੍ਰਭੂ ਯਿਸੂ ਮਸੀਹ ਦੇ ਮਿੱਠੇ ਪਿਆਰੇ ਨਾਮ ਦੇ ਵਿੱਚ ਇਹ ਸਭ ਕੁਝ ਮੰਗਦੇ ਹਾਂ, ਸਾਡੀ ਦੁਆ ਨੂੰ ਸੁਣ ਤੇ ਕਬੂਲ ਕਰ। ਕੱਲ ਨੂੰ ਮਿਲਾਂਗੇ। ਕੱਲ ਨੂੰ ਆਪਾਂ 14ਵੇਂ ਚੈਪਟਰ ਨੂੰ ਥੋੜਾ ਜਿਹਾ ਦੁਬਾਰਾ ਦੇਖਾਂਗੇ, ਜਿਸ ਤੱਕ ਆਪਾਂ ਪੜ੍ਹਿਆ 16 ਆਇਤ ਤੱਕ, ਫਿਰ 16 ਆਇਤ ਤੋਂ ਆਪਾਂ ਅੱਗੇ ਵਧਾਂਗੇ। ਸੋ ਆਪਾਂ ਯੈਸ ਬਲੈਸ ਯੂ, ਖੁਦਾਵੰਦ ਤੁਹਾਨੂੰ ਬਰਕਤ ਹੈ। ਮੈਂ ਤੁਹਾਨੂੰ ਕਹਿਣਾ ਸੀ ਕਿ ਅਸੀਂ ਜਿੱਦਾਂ ਕਿ ਨਬੀਆਂ ਦੀਆਂ ਪੁਸਤਕਾਂ, ਲੇਕਿਨ ਨਬੀਆਂ ਦੀਆਂ ਪੁਸਤਕਾਂ ਅਸੀਂ ਪੜ੍ਹਾਂਗੇ ਜਿਸ ਵੇਲੇ ਉਹ ਹਾਈ ਫੇਥ